ਵਾਹਿਗੁਰੂ। ਸੁਖਹੁ ਟਲ ਗੁਰ ਸੇਵੀਐ, ਅਹਨਿਸ ਸਹਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਾਮਦੀ, ਨੂਰ ਅਰਸਹ ਕੁਰਸਹ ਝਟੀਐ। ਤੁਧ ਡਿਠੇ ਸੱਚੇ ਪਾਤਿਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਿਸ਼ਾਹੁ, ਸਿਰ ਸਾਹੰਦ ਸਾਹੂ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੂ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੂ। ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਪਹਿਲਾ। ਦੱਖਣੀ ਓੰਕਾਰ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਓੰਕਾਰ ਬ੍ਰਹਮਾ ਉਤਪਤ, ਓੰਕਾਰ ਕੀਆ ਜਿਨ ਚਿਤ। ਓੰਕਾਰ ਬ੍ਰਹਮਾ ਉਤਪਤ, ਓੰਕਾਰ ਕੀਆ ਜਿਨ ਚਿਤ। ਓੰਕਾਰ ਸੈਲ ਜੁਗ ਭਏ, ਓੰਕਾਰ ਵੇਦ ਨਿਰਮੈ। ਓੰਕਾਰ ਸ਼ਬਦ ਉਦਰੇ, ਓੰਕਾਰ ਗੁਰਮੁਖ ਤਰੇ। ਓ ਨਮ ਅੱਖਰ ਸੁਣੋ ਵਿਚਾਰੋ, ਓ ਨਮ ਅੱਖਰ ਤ੍ਰਿਭਵਨ ਸਾਰ। ਸੁਣ ਪਾਂਡੇ ਕਿਆ ਲਿਖੋ ਜੰਜਾਲਾ, ਲਿਖ ਰਾਮ ਨਾਮ ਗੁਰਮੁਖ ਗੋਪਾਲਾ। ਰਹਾਉ ਸੁਣ ਪਾਂਡੇ ਕਿਆ ਲਿਖੋ ਜੰਜਾਲਾ, ਲਿਖ ਰਾਮ ਨਾਮ ਗੁਰਮੁਖ ਗੋਪਾਲਾ। ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਅਤੀ ਨਿਵਾਜੀ ਹੋਈ। ਗੁਰੂ ਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀਓ ਵਡਭਾਗੇ ਹੋ। ਯਾਹਰਾ ਜਹੂਰ ਹਾਜ਼ਰਾ ਹਜੂਰ, ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਰੂਪ। ਧੰਨ 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 ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤ ਸੰਗਤ ਰੂਪ ਹੋ ਕਰਕੇ ਬੈਠਣ ਦਾ ਸੁਭਾਗ ਸਮਾਂ ਗਰੀਬ ਨਵਾਜ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ। ਸਤਿਗੁਰਾਂ ਦੀ ਅਪਾਰ ਕਿਰਪਾ ਸਦਕਾ ਗੁਰਦੁਆਰਾ ਖਾਲਸਾ ਛਾਉਣੀ ਵਿਖੇ ਹਫ਼ਤਾਵਾਰੀ ਗੁਰਮਤਿ ਸਮਾਗਮ
ਸੰਧਿਆ ਦੇ ਸਮੇਂ ਤੋਂ ਪ੍ਰਾਰੰਭ ਹੋਏ ਹਨ। ਆਪ ਜੀ ਨੇ ਹਾਜ਼ਰੀਆਂ ਭਰਦਿਆਂ ਹੋਇਆਂ ਪਾਵਨ ਗੁਰਬਾਣੀ ਸ੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਸਰਵਣ ਕਰਕੇ ਆਨੰਦ ਮਾਣਿਆ ਹੈ। ਉਪਰੰਤ ਗੁਰੂ ਸਵਾਰੇ ਕੀਰਤਨੀਆਂ ਪਾਸੋਂ ਆਪ ਜੀ ਨੇ ਪਾਵਨ ਗੁਰਬਾਣੀ ਦਾ ਸ਼ਬਦ ਕੀਰਤਨ ਸਰਵਣ ਕੀਤਾ ਹੈ। ਗੁਰਮੁਖ ਸਰਵਣ ਕਰਵਾ ਰਹੇ ਸਨ। ਛਾੜ ਵਡਾਣੀ ਤਾਤ ਮੂੜੇ ਈਹਾ ਬਸਨਾ ਰਾਤ ਮੂੜੇ ਕਿ ਹੇ ਮੂਰਖ ਵਡਾਣੀ ਦਾ ਹੁੰਦਾ ਬੇਗਾਨੀ। ਹੋਰਨਾਂ ਨਾਲ ਜੋ ਤੂੰ ਸਾੜਾ ਰੱਖਦਾ ਹੈ, ਈਰਖਾ ਰੱਖਦਾ ਹੈ, ਛੱਡ ਦੇ, ਕਿਉਂਕਿ ਤੂੰ ਤਾਂ ਇੱਥੇ ਇੱਕ ਰਾਤ ਦਾ ਪ੍ਰਾਹੁਣਾ, ਇੱਕ ਰਾਤ ਇਸ ਸੰਸਾਰ ਤੇ ਵਸਣਾ ਹੈ। ਕਿਉਂ ਕਿਸੇ ਦਾ ਸੁੱਖ ਵੇਖ ਕਰਕੇ ਸੜਦਾ ਹੈ, ਕਿਸੇ ਨਾਲ ਈਰਖਾ ਕਰਦਾ ਹੈ। ਇਹ ਛੱਡ ਦੇ ਮਨ ਦੇ ਵਿੱਚੋਂ। ਇੱਕ ਰਾਤ ਦਾ ਤੂੰ ਪ੍ਰਾਹੁਣਾ ਹੈ, ਆਖਰ ਇਸ ਸੰਸਾਰ ਤੋਂ ਤੁਰ ਜਾਣਾ ਹੈ। ਗੁਰਮੁਖਾਂ ਨੇ ਬੜੇ ਪਿਆਰ ਨਾਲ ਇਹ ਸ਼ਬਦ ਸਰਵਣ ਕਰਵਾਇਆ। ਸਾਰੇ ਸ਼ਬਦ ਦੀ ਮੈਂ ਵਿਆਖਿਆ ਕਰਾਂ, ਸਮਾਂ ਨਹੀਂਗਾ, ਪਰ ਸ਼ਬਦ ਬੜੇ ਪਿਆਰੇ ਪਿਆਰੇ ਸਤਿਗੁਰਾਂ ਨੇ ਬਖਸ਼ਿਸ਼ ਕੀਤੇ। ਇੱਕ ਬਚਨ ਹੋਰ ਇਸੇ ਸ਼ਬਦ ਵਿੱਚੋਂ ਤੁਹਾਡੇ ਸਾਹਮਣੇ ਰੱਖ ਦੇਵਾਂ। ਵੈਸੇ ਤੇ ਇਕੱਲਾ ਇਕੱਲਾ ਬਚਨ ਜਿਹੜਾ ਹੈ ਉਹ ਅਮੋਲਕ ਹੈ, ਕਿਉਂਕਿ ਸਤਿਗੁਰਾਂ ਦਾ ਕੋਈ ਵੀ ਬਚਨ ਜਿਹੜਾ ਹੈ ਉਹ ਅਜਾਈ ਨਹੀਂਗਾ, ਵਿਅਰਥਾ ਨਹੀਂਗਾ। ਹਰ ਬਚਨ ਜਿਹੜਾ ਹੈ ਉਹ ਬੜੀ ਮਹਾਨ ਸਿੱਖਿਆ ਦੇਣ ਵਾਲਾ ਹੈ, ਬਖਸ਼ਿਸ਼ ਕਰਨ ਵਾਲਾ ਹੈ। ਪਾਤਸ਼ਾਹ ਜੀ ਨੇ ਇੱਕ ਬਚਨ ਕੀਤਾ ਹੈ ਕਿ ਪਸ਼ੂ ਪ੍ਰੇਤ ਮੁਗਤ ਤੇ ਬੁਰੀ ਤਿਸ ਹੈ ਨਾ ਬੂਝੈ ਜਿਨ ਇਹ ਸ੍ਰੀ। ਇਹ ਸਾਨੂੰ ਸਮਝਾਇਆ। ਕਹਿੰਦੇ ਪਸ਼ੂਆਂ ਨਾਲੋਂ, ਪ੍ਰੇਤਾਂ ਨਾਲੋਂ, ਮੂਰਖਾਂ ਨਾਲੋਂ ਵੀ ਉਹ ਦੇਹ, ਉਹ ਸਰੀਰ ਬੁਰਾ ਹੈ। ਇਹ ਦੇਹ ਬੁਰੀ ਹੈ। ਤਿਸ ਹੈ ਨਾ ਬੂਝੈ, ਕਹਿੰਦੇ ਉਸ ਨੂੰ ਨਹੀਂ ਸਮਝਦੀ। ਇਹ ਜੀਵਨ ਜਿਹੜਾ ਮਿਲਿਆ, ਇਹ ਦੇਹ ਮਿਲੀ ਆ, ਉਸ ਨੂੰ ਨਹੀਂ ਸਮਝਦੀ। ਜਿਨ ਇਹ ਸਰੀਰ, ਜਿਨੇ ਇਹਨੂੰ ਸਿਰਜਿਆ ਹੈ, ਬਣਾਇਆ ਹੈ, ਜਿਨੇ ਪੈਦਾ ਕੀਤਾ, ਜੇ ਉਹਨੂੰ ਨਹੀਂ ਸਮਝਦੀ ਤੇ ਪਾਤਸ਼ਾਹ ਕਹਿੰਦੇ ਪਸ਼ੂਆਂ, ਪ੍ਰੇਤਾਂ ਤੇ ਮੂਰਖਾਂ ਨਾਲੋਂ ਵੀ ਇਹ ਦੇਹ ਭੈੜੀ ਹੈ। ਕਿਉਂਕਿ ਸਰੀਰ ਮਿਲਿਆ ਹੈ। ਜੇ ਇਸ ਸਰੀਰ ਨਾਲ ਰੱਬ ਦੀ ਬੰਦਗੀ ਕਰਾਂਗੇ ਤੇ ਤਾਂ ਇਹ ਜੀਵਨ ਮਨੁੱਖਾ ਹੈ, ਨਹੀਂ ਤਾਂ ਪਾਤਸ਼ਾਹ ਕਹਿੰਦੇ ਨੇ ਵੀ ਤੂੰ ਮਨੁੱਖ ਹੁੰਦਿਆਂ ਵੀ ਪਸ਼ੂ ਹੈ। ਜਿਵੇਂ ਅਸੀਂ ਬਚਨ ਪੜ੍ਹਦੇ ਹਾਂ, ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ। ਹੁਣ ਜੇ ਇਹਦਾ ਆਖਰੀ ਅਰਥ ਕਰੀਏ ਤੇ ਆਖਰੀ ਅਰਥ ਇਹ ਬਣ ਜਾਂਦਾ ਹੈ ਕਿ ਗੁਰੂ ਦੀ ਸੇਵਾ ਤੇ ਗੁਰੂ ਦੀ ਭਗਤੀ ਕਮਾਈ ਤਾਂ ਇਹ ਮਨੁੱਖਾ ਜਨਮ ਮਿਲਿਆ। ਪਰ ਇਹ ਅਰਥ ਨਹੀਂ, ਕਿਉਂਕਿ ਜੇ ਆਪਾਂ ਇਹ ਅਰਥ ਕਰ ਲਈਏ ਕਿ ਗੁਰੂ ਦੀ ਸੇਵਾ ਕੀਤੀ, ਭਗਤੀ ਕੀਤੀ ਤਾਂ ਮਨੁੱਖਾ ਜਨਮ ਮਿਲਿਆ, ਤੇ ਸਵਾਲ ਪੈਦਾ ਹੋਵੇਗਾ ਕਿ ਗੁਰੂ ਦੀ ਸੇਵਾ ਕਿਵੇਂ ਕੀਤੀ ਸਰੀਰ ਤੋਂ ਬਿਨਾਂ। ਕਿਉਂਕਿ ਸੇਵਾ ਤੇ ਜੇ ਜੀਵਨ ਨਾਲ ਹੋਣੀ ਹੈ ਨਾ, ਸਰੀਰ ਨਾਲ ਹੋਣੀ, ਇਹ ਸੇਵਾ ਪਹਿਲਾਂ ਕਿਵੇਂ ਕਰ ਲਈ? ਉਹ ਕਿਹੜਾ ਰੂਪ ਸੀ ਜਿਹਦੇ ਨਾਲ ਸੇਵਾ ਕਰ ਲਈ? ਭਗਤੀ ਕਿਵੇਂ ਕਰ ਲਈ? ਕਿਉਂਕਿ ਮਹਾਰਾਜ ਜੀ ਕਹਿੰਦੇ ਨੇ ਗੁਰ ਸੇਵਾ ਤੇ ਭਗਤ ਕਮਾਈ, ਤੇ ਗੁਰੂ ਦੀ ਸੇਵਾ ਕੀਤੀ, ਭਗਤੀ ਕਮਾਈ ਤਬ ਇਹ ਮਾਨਸ ਦੇਹੀ ਪਾਈ, ਕਦੋਂ ਇਹ ਮਨੁੱਖਾ ਜਨਮ ਮਿਲਿਆ। ਪਰ ਸਵਾਲ ਉੱਠੇਗਾ ਵੀ ਗੁਰੂ ਦੀ ਸੇਵਾ ਤੇ ਭਗਤੀ ਕਾਹਦੇ ਵਿੱਚ ਕੀਤੀ, ਜਦੋਂ ਸਰੀਰ ਤੇ ਬਾਅਦ ਵਿੱਚ ਮਿਲਿਆ। ਅਸਲ ਵਿੱਚ ਅਰਥ ਇਹ ਨਹੀਂ ਗਾ, ਇਹਦਾ ਅਰਥ ਅੰਤਰੀਮ ਭਾਵ ਨੂੰ ਧਿਆਨ ਨਾਲ ਸਮਝਣਾ ਪਵੇਗਾ। ਇੱਥੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ ਕਿ ਜੇ ਤੂੰ ਮਨੁੱਖਾ ਦੇਹੀ ਪ੍ਰਾਪਤ ਕਰਕੇ ਗੁਰੂ ਦੀ ਸੇਵਾ ਕਰਦਾ ਹੈ, ਭਗਤੀ ਦੀ ਕਮਾਈ ਕਰਦਾ, ਤਾਂ ਤੂੰ ਮਨੁੱਖਾ, ਨਹੀਂ ਤੇ ਮਨੁੱਖ ਹੁੰਦਿਆਂ ਵੀ ਪਸ਼ੂ ਹੈ। ਇਹ ਅਰਥ ਭਾਵ ਹੈ ਕਿ ਜੇ ਤਾਂ ਤੂੰ ਇਸ ਜੀਵਨ ਨੂੰ ਪ੍ਰਾਪਤ ਕਰਕੇ ਮਾਲਕ ਦੀ ਸੇਵਾ ਕੀਤੀ, ਭਗਤੀ ਕੀਤੀ ਹੈ, ਤਾਂ ਤੂੰ ਮਨੁੱਖ ਜਨਮ ਪ੍ਰਾਪਤ ਕੀਤਾ, ਨਹੀਂ ਤਾਂ ਤੂੰ ਮਨੁੱਖ ਜਨਮ ਪ੍ਰਾਪਤ ਕਰਕੇ ਫਿਰ ਪਸ਼ੂ ਦਾ ਪਸ਼ੂ ਰਹਿ ਗਿਆ। ਇਸ ਕਰਕੇ ਗੁਰਮੁਖੋ ਇਹ ਜੀਵਨ ਮਿਲਿਆ, ਕੱਲਾ ਜੀਵਨ ਨਹੀਂ ਮਿਲਿਆ। ਪਾਤਸ਼ਾਹ ਕਹਿੰਦੇ ਅੰਨ ਖਾਣਾ ਕੱਪੜ ਪਹਿਨਣ ਦੀ, ਸਰੀਰ ਤੋਂ ਬਾਅਦ ਉਹਨੇ ਕੀ ਦਿੱਤਾ? ਅੰਨ ਖਾਣ ਵਾਸਤੇ ਦਿੱਤਾ, ਕੱਪੜੇ ਪਹਿਨਣ ਵਾਸਤੇ ਦਿੱਤੇ। ਅੰਨ ਖਾਣਾ ਕੱਪੜ ਪਹਿਨਣ ਦੀਆ, ਰਸ ਅੰਨ ਭੋਗਾਣੀ, ਹੋਰ ਵੀ ਰਸ ਭੋਗਣ ਵਾਸਤੇ ਦਿੱਤੇ ਨੇ।
ਜਿਨ ਦੀਏ ਸੋ ਚਿਤ ਨ ਆਵਈ, ਪਸ਼ੂ ਹਾਉ ਕਰ ਜਾਣੀ। ਜਿੰਨੇ ਦਿੱਤੇ ਸੀ ਉਹਦਾ ਚੇਤਾ ਹੀ ਨਹੀਂ ਆਇਆ। ਪਸ਼ੂ ਬਿਰਤੀ ਵਾਲਾ ਮਨੁੱਖ ਕਹਿੰਦਾ ਇਹ ਤਾਂ ਮੈਂ ਕਮਾਈ ਕੀਤੀ ਹੈ, ਮੈਂ ਮਿਹਨਤ ਕੀਤੀ। ਉਹ ਆਪਣਾ ਹੀ ਜਾਣੀ ਜਾਂਦਾ, ਜਿਹਨੇ ਦਿੱਤੇ ਹੈ ਉਹਨੂੰ ਚੇਤੇ ਨਹੀਂ ਕਰਦਾ। ਸੋ ਗੁਰਮੁਖੋ ਇਸ ਕਰਕੇ ਇਹ ਜੀਵਨ ਮਿਲਿਆ ਹੈ। ਇਹ ਸਤ ਸੰਗਤ ਕਰਕੇ, ਨਾਮ ਜਪ ਕਰਕੇ, ਬਾਣੀ ਪੜ੍ਹ ਕਰਕੇ, ਚੰਗੇ ਕਰਮ ਕਰਕੇ, ਗੁਰੂ ਦੇ ਹੁਕਮ ਵਿੱਚ ਚੱਲ ਕਰਕੇ ਇਸ ਨੂੰ ਸਵਾਰਨਾ ਹੈ। ਸਤਿਗੁਰੂ ਜੀ ਕਿਰਪਾ ਕਰਨ। ਬੜੇ ਪਿਆਰ ਨਾਲ ਗੁਰਮੁਖਾਂ ਨੇ ਕੀਰਤਨ ਕੀਤਾ। ਇਸੇ ਤਰ੍ਹਾਂ ਅਸੀਂ ਪਿਆਰ ਨਾਲ ਗੁਰਬਾਣੀ ਕੀਰਤਨ ਨਾਲ ਜੁੜੇ ਰਹੀਏ। ਆਓ ਹੁਣ ਸਮਾਂ ਹੋਇਆ ਜੋ ਅੰਮ੍ਰਿਤ ਵੇਲੇ ਗਰੀਬ ਨਵਾਜ ਪਾਤਸ਼ਾਹ ਜੀ ਨੇ ਪ੍ਰਕਾਸ਼ਮਾਨ ਹੋ ਕਰਕੇ ਸਾਡੇ ਕਲਯੁਗ ਜੀਵਾਂ ਤਾਈਂ ਪਾਵਨ ਮੁੱਖ ਵਾਕ ਦੀ ਹੁਕਮਨਾਮੇ ਦੀ ਬਖਸ਼ਿਸ਼ ਕੀਤੀ ਹੈ। ਹੁਕਮਨਾਮਾ ਸਾਹਿਬ ਆਪ ਜੀ ਨੇ ਸਰਵਣ ਕੀਤਾ ਹੈ। ਆਓ ਸਤਿਗੁਰਾਂ ਦੀ ਕਿਰਪਾ ਦੁਆਰਾ ਸਤਿਗੁਰਾਂ ਵੱਲੋਂ ਬਖਸ਼ਿਸ਼ ਕੀਤੇ ਪਾਵਨ ਹੁਕਮ ਦੀ ਵਿਚਾਰ ਸਰਵਣ ਕਰਕੇ ਹੁਕਮ ਤੇ ਚੱਲਣ ਦਾ ਯਤਨ ਕਰੀਏ ਤੇ ਆਪਣੇ ਜੀਵਨ ਨੂੰ ਸਵਾਰੀਏ। ਮਨ ਦੀ ਇਕਾਗਰਤਾ ਵਾਸਤੇ ਉਚਾਰਨ ਕਰਨਾ ਕਰੋ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਪਹਿਲਾ। ਦੱਖਣੀ ਓੰਕਾਰ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਓੰਕਾਰ ਬ੍ਰਹਮਾ ਉਤਪਤ। ਅੱਜ ਦਾ ਪਾਵਨ ਮੁੱਖ ਵਾਕ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਰਾਮਕਲੀ ਰਾਗ ਅੰਦਰ 929 ਅੰਗ ਤੇ ਸੁਭਾਇਮਾਨ ਹੈ। ਤੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਰਚਨਾ ਦੱਖਣੀ ਓੰਕਾਰ ਪਾਵਨ ਗੁਰਬਾਣੀ ਦਾ ਪਹਿਲਾ ਸ਼ਬਦ ਹੈ। ਇਸ ਪਾਵਨ ਬਾਣੀ ਬਾਰੇ ਆਪਾਂ ਥੋੜਾ ਜਿਹਾ ਜਾਣਨ ਦਾ ਯਤਨ ਕਰਾਂਗੇ ਕਿ ਇਹ ਪਾਵਨ ਬਾਣੀ ਕਿੱਥੇ ਉਚਾਰਨ ਕੀਤੀ ਹੈ ਤੇ ਕਿਸ ਨੂੰ ਸੰਬੋਧਨ ਕਰਕੇ ਉਚਾਰਨ ਕੀਤੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਜਿਹੜੀ ਹੈ, ਪਾਵਨ ਬਾਣੀ ਦੇ ਬਹੁਤਾਤ ਸ਼ਬਦ ਜਿਹੜੇ ਆ ਉਹ ਕਈਆਂ ਥਾਵਾਂ ਤੇ ਸਤਿਗੁਰਾਂ ਨੇ ਵਿਚਾਰ ਚਰਚਾ ਦੌਰਾਨ ਵੀ ਉਚਾਰਨ ਕੀਤੇ ਨੇ। ਵੱਡੇ ਵੱਡੇ ਜੋਗੀਆਂ ਦੇ ਨਾਥਾਂ ਦੇ ਭਰਮ ਦੂਰ ਕੀਤੇ ਨੇ, ਸ਼ੰਕੇ ਨਿਵਰਤ ਕੀਤੇ ਨੇ। ਤੇ ਜਿੱਥੇ ਵੀ ਸ਼ੰਕੇ ਨਿਵਰਤ ਕੀਤੇ ਨੇ ਉੱਥੇ ਮੇਰੇ ਪਾਤਸ਼ਾਹ ਨੇ ਇਹ ਨਹੀਂ ਆਖਿਆ ਕਿ ਮੈਂ ਆਪਣੇ ਕੋਲੋਂ ਗਿਆਨ ਵਰਤਿਆ ਜਾਂ ਆਪਣੇ ਗਿਆਨ ਨਾਲ ਮੈਂ ਕਿਸੇ ਦੇ ਸ਼ੰਕੇ ਨਿਵਰਤ ਕੀਤੇ ਨੇ। ਪਾਤਸ਼ਾਹ ਨੂੰ ਭਾਈ ਲਾਲੋ ਜੀ ਨੇ ਪੁੱਛਿਆ ਸੀ ਕਿ ਮਹਾਰਾਜ ਇਹ ਕੀ ਬਚਨ ਕਹਿ ਰਹੇ ਹੋ ਕਿ ਏਮਣਾਬਾਦ ਦਾ ਆਹ ਹਾਲ ਹੋਵੇਗਾ, ਇਹੋ ਜਿਹੇ ਹਾਲਾਤ ਹੋਣਗੇ, ਇੰਨਾ ਜੁਰਮ ਹੋਵੇਗਾ, ਮਹਾਰਾਜ ਇਹ ਕੈਸੇ ਬਚਨ ਕਹੀ ਜਾ ਰਹੇ ਹੋ। ਤਾਂ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਕਹਿਣ ਲੱਗੇ ਭਾਈ ਲਾਲੋ ਮੈਂ ਆਪਣੇ ਕੋਲੋਂ ਕੁਝ ਨਹੀਂ ਕਹਿ ਰਿਹਾ। ਮਹਾਰਾਜ ਆਪਣੇ ਕੋਲੋਂ ਨਹੀਂ ਕਹਿ ਰਹੇ ਤੇ ਇਹ ਬਚਨ ਕਿਹਨਾਂ ਦੇ ਨੇ। ਤਾਂ ਗੁਰੂ ਨਾਨਕ ਸਾਹਿਬ ਨੇ ਬਚਨ ਕੀਤਾ ਹੈ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਜਿਵੇਂ ਮੈਨੂੰ ਖਸਮ ਵੱਲੋਂ ਮਾਲਕ ਵੱਲੋਂ ਬਚਨ ਆ ਰਹੇ ਨੇ ਮੈਂ ਐਸਾ ਹੀ ਗਿਆਨ ਭਾਈ ਲਾਲੋ ਦੱਸ ਰਿਹਾ ਮੈਂ ਆਪਣੇ ਕੋਲੋਂ ਕੁਝ ਵੀ ਉਚਾਰ ਨਹੀਂ ਰਿਹਾ। ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਪਰਮੇਸ਼ਰ ਦਾ ਸਰਗੁਣ ਸਰੂਪ ਸਤਿਗੁਰਾਂ ਦਾ ਪਾਵਨ ਪ੍ਰਕਾਸ਼ 1469 ਈਸਵੀ ਨੂੰ ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ 1526 ਬਿਕਰਮੀ ਨੂੰ ਰਾਏ ਭੋਏ ਦੀ ਤਲਵੰਡੀ ਜਿਸ ਨੂੰ ਅੱਜ ਕੱਲ੍ਹ ਸ੍ਰੀ ਨਨਕਾਣਾ ਸਾਹਿਬ ਦੇ ਨਾਂ ਨਾਲ ਆਪਾਂ ਜਾਣਦੇ ਹਾਂ, ਉਸ ਧਰਤੀ ਤੇ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਪਿਤਾ ਕਲਿਆਣ ਚੰਦ ਜੀ ਦੇ ਗ੍ਰਹਿ ਵਿਖੇ ਹੋਇਆ ਹੈ। ਜਿਸ ਕਾਰਜ ਵਾਸਤੇ ਪਰਮੇਸ਼ਰ ਨੇ ਸਰਗੁਣ ਸਰੂਪ ਧਾਰਨ ਕੀਤਾ ਉਹ ਕਾਰਜ ਸੋ ਸਤਿਗੁਰੂ ਪਾਤਸ਼ਾਹ ਜੀ ਨੇ ਪ੍ਰਕਾਸ਼ਮਾਨ ਹੁੰਦਿਆਂ ਹੀ ਪ੍ਰਾਰੰਭ ਕਰ ਦਿੱਤਾ ਹੈ। ਸੋ ਗੁਰੂ ਪਿਆਰ ਵਾਲਿਓ ਜਦੋਂ ਤੋਂ ਪ੍ਰਗਟ ਹੋਏ ਨੇ ਉਦੋਂ ਤੋਂ ਭਲਾ ਹੀ ਕੀਤਾ ਹੈ। ਮੈਂ ਇੱਕ ਘਟਨਾ ਜ਼ਰੂਰ ਤੁਹਾਡੇ ਸਾਹਮਣੇ ਰੱਖਣੀ। ਜਦੋਂ ਸਤਿਗੁਰਾਂ ਦਾ ਪ੍ਰਕਾਸ਼ ਹੋਇਆ
ਤੇ ਦੌਲਤਾਂ ਦਾਈ ਉਹ ਇਸਤਰੀ ਹੈ ਜਿਹਨੂੰ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋਏ ਨੇ। ਵੱਡੇ ਭਾਗਾਂ ਵਾਲੀ ਸਤਿਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਗਦ ਹੋ ਗਈ ਹੈ। ਤੇ ਦਾਈ ਦਾ ਇਹ ਕਰਮ ਹੁੰਦਾ ਹੈ ਕਿ ਜਦੋਂ ਬੱਚਾ ਜਨਮ ਲੈਂਦਾ ਹੈ ਤੇ ਦਾਈ ਸਭ ਤੋਂ ਪਹਿਲਾਂ ਭੱਜ ਕਰਕੇ ਜਾ ਕੇ ਬੱਚੇ ਦੇ ਪਿਤਾ ਨੂੰ ਵਧਾਈ ਦਿੰਦੀ ਹੈ। ਇੱਕ ਕਰਮ ਬਣਿਆ ਹੈ ਕਿਉਂਕਿ ਪਿਤਾ ਨੇ ਖੁਸ਼ੀ ਵਿੱਚ ਆ ਕਰਕੇ ਕੁਝ ਮਾਇਆ ਦੇਣੀ। ਜਦੋਂ ਹੁਣ ਦੌਲਤਾਂ ਦਾਈ ਦੌੜ ਕਰਕੇ ਆਈ ਤੇ ਬਾਬਾ ਕਲਿਆਣ ਚੰਦ ਜੀ ਨੂੰ ਵਧਾਈ ਦੇਣ ਵਾਸਤੇ ਕਿ ਪਟਵਾਰੀ ਜੀ ਵਧਾਈਆਂ ਹੋਣ, ਤੁਹਾਡੇ ਘਰ ਸਾਹਿਬਜ਼ਾਦੇ ਦਾ ਆਉਣਾ ਹੋਇਆ। ਤੇ ਸੁਤੇਸ਼ਦ ਇਹ ਕਰਮ ਹੈ ਸੰਸਾਰ ਦਾ ਕਿ ਪਿਤਾ ਨੇ ਉਸੇ ਵੇਲੇ ਜੇਬ ਵਿੱਚ ਹੱਥ ਪਾਇਆ ਕਿ ਖੁਸ਼ੀ ਦੀ ਖਬਰ ਸੁਣਾਈ ਹੈ, ਇਹਨੂੰ ਮੈਂ ਕੁਝ ਦੇਵਾਂ। ਜਦੋਂ ਜੇਬ ਵਿੱਚ ਹੱਥ ਪਾਇਆ ਤੇ ਦਾਈ ਨੇ ਰੋਕ ਦਿੱਤਾ, ਆਖਿਆ ਪਟਵਾਰੀ ਜੀ ਅੱਜ ਮੈਨੂੰ ਸਭ ਕੁਝ ਮਿਲ ਗਿਆ। ਉਸ ਵੇਲੇ ਪਟਵਾਰੀ ਜੀ ਕਹਿਣ ਲੱਗੇ, ਦਾਈ ਘਰ ਦਾ ਮੁਖੀਆ ਤੇ ਮੈਂ ਦੇਣ ਲੈਣ ਕਰਨ ਵਾਲਾ, ਤੈਨੂੰ ਹੋਰ ਕਿਸਨੇ ਦੇ ਦਿੱਤਾ ਹੈ? ਤੇ ਦੌਲਤਾਂ ਨੇ ਆਖਿਆ ਸੀ, ਅੱਗੇ ਤਾਂ ਮੈਂ ਇਸ ਦੌਲਤ ਵਾਸਤੇ ਭੱਜੀ ਫਿਰਦੀ ਸਾਂ ਰਾਤ ਦਿਨ, ਪਰ ਮੇਰੀ ਭੁੱਖ ਨਹੀਂ ਸੀ ਮਿਟੀ। ਅੱਜ ਉਹ ਦੌਲਤ ਮਿਲ ਗਈ ਹੈ, ਮੇਰਾ ਨਾਮ ਹੀ ਸਫਲਾ ਹੋ ਗਿਆ। ਅੱਜ ਦੌਲਤਾਂ ਨੂੰ ਅਸਲੀ ਦੌਲਤ ਮਿਲ ਗਈ ਹੈ ਜਿਹਨੇ ਸਾਰੀਆਂ ਭੁੱਖਾਂ ਦੂਰ ਕਰ ਦਿੱਤੀਆਂ। ਸਮਾਂ ਬੀਤਦਾ ਗਿਆ। ਕਹਿੰਦੇ ਨੇ ਪੰਡਤ ਨੂੰ ਸੱਦਿਆ ਗਿਆ ਸਤਿਗੁਰਾਂ ਦੀ ਜਨਮ ਪੱਤਰੀ ਬਣਾਉਣ ਵਾਸਤੇ। ਪੁਰਾਣਾ ਸਮਾਂ ਸੀ, ਜਨਮ ਪੱਤਰੀ ਪੰਡਤ ਲੋਕ ਬਣਾਉਂਦੇ ਸਨ। ਤੇ ਜਦੋਂ ਪੰਡਤ ਲੋਕ ਜਨਮ ਪੱਤਰੀ ਬਣਾਉਂਦੇ ਸਨ ਤੇ ਦਾਈ ਦਾ ਉੱਥੇ ਹੋਣਾ ਜ਼ਰੂਰੀ ਹੁੰਦਾ, ਕਿਉਂਕਿ ਦਾਈ ਤੋਂ ਸਮਾਂ ਪੁੱਛਿਆ ਜਾਂਦਾ ਹੈ ਕਿ ਕਿੰਨੇ ਸਮੇਂ ਤੇ ਜਨਮ ਹੋਇਆ, ਉਦੋਂ ਕਿਹੋ ਜਿਹੇ ਹਾਵ ਭਾਵ ਸਨ, ਕੀ ਚਿੰਨ੍ਹ ਪ੍ਰਗਟ ਹੋਏ ਸਨ, ਸਾਰਾ ਕੁਝ ਪੁੱਛਿਆ ਜਾਂਦਾ ਹੈ। ਦੌਲਤਾਂ ਦਾਈ ਨੂੰ ਬੁਲਾਇਆ। ਪੰਡਤ ਪੁੱਛਦਾ ਹੈ ਕਿ ਜਨਮ ਕਦੋਂ ਹੋਇਆ ਗੁਰੂ ਨਾਨਕ ਸਾਹਿਬ ਜੀ ਦੇ ਬਾਰੇ, ਉਦੋਂ ਅਜੇ ਨਾਂ ਨਹੀਂ ਰੱਖਿਆ। ਦਾਈ ਨੇ ਸਮਾਂ ਦੱਸਿਆ। ਫਿਰ ਆਖਿਆ ਵੀ ਕਿਹੜਾ ਸ਼ਬਦ ਬੱਚੇ ਦੇ ਮੁਖੋਂ ਨਿਕਲਿਆ, ਬੱਚਾ ਰੋਇਆ ਸੀ ਕਿ ਜਾਂ ਚੁੱਪ ਸੀ? ਇਹ ਦੋ ਕਾਰਨ ਸੰਸਾਰ ਦੇ ਅੰਦਰ ਹੁੰਦੇ ਨੇ। ਬੱਚਾ ਜਦੋਂ ਜਨਮ ਲੈਂਦਾ ਹੈ ਰੋਂਦਾ ਹੈ, ਤੇ ਜਾਂ ਬੇਸੁਰਤ ਹੋਣ ਕਰਕੇ ਚੁੱਪ ਹੁੰਦਾ। ਸਾਇੰਸਦਾਨਾਂ ਦੀ, ਡਾਕਟਰਾਂ ਦੀ ਥਿਊਰੀ ਇਹ ਕਹਿੰਦੀ ਹੈ ਕਿ ਬੱਚੇ ਦਾ ਰੋਣਾ ਜ਼ਰੂਰੀ ਹੈ। ਡਾਕਟਰ ਕਹਿੰਦੇ ਜਿਹੜਾ ਬੱਚਾ ਜਨਮ ਵੇਲੇ ਰੋਂਦਾ ਹੈ ਉਹ ਤੰਦਰੁਸਤ ਹੁੰਦਾ ਹੈ। ਜਿਹੜਾ ਬੱਚਾ ਰੋਂਦਾ ਨਹੀਂ ਉਹਨੂੰ ਡਾਕਟਰ ਤੰਦਰੁਸਤ ਨਹੀਂ ਕਹਿੰਦੇ, ਉਹਨੂੰ ਵੀ ਉਹ ਰਵਾਉਂਦੇ ਨੇ। ਉਹਦੇ ਪੈਰਾਂ ਦੀਆਂ ਤਲੀਆਂ ਵਿੱਚ ਧੱਫੇ ਮਾਰ ਕਰਕੇ ਜਾਂ ਚੁੰਡੀਆਂ ਵੱਢ ਕਰਕੇ ਰਵਾਉਣ ਦਾ ਯਤਨ ਕਰਦੇ, ਉਹਨਾਂ ਦੀ ਕਿਰਿਆ। ਉਹਨਾਂ ਦਾ ਦਾਇਰਾ ਇਹ ਕਹਿੰਦਾ, ਜੇ ਭਾਈ ਗੁਰਦਾਸ ਜੀ ਨੂੰ ਪੁੱਛੀਏ ਤੇ ਭਾਈ ਗੁਰਦਾਸ ਜੀ ਕਹਿੰਦੇ ਬੱਚੇ ਦੇ ਰੋਣ ਦਾ ਕਾਰਨ ਇਹ ਨਹੀਂ ਗਾ। ਬ੍ਰਹਮ ਗਿਆਨੀ ਭਾਈ ਗੁਰਦਾਸ ਜੀ ਕਹਿੰਦੇ ਬੱਚਾ ਤਾਂ ਰੋਂਦਾ ਹੈ ਕਿ ਜੰਮੇ ਸਾਈਂ ਵਸਾਰਿਆ। ਬੱਚੇ ਦੇ ਰੋਣ ਦਾ ਕਾਰਨ ਹੈ ਕਿ ਜਦੋਂ ਜਨਮ ਲੈਂਦਾ ਉਹਨੂੰ ਰੱਬ ਭੁੱਲ ਗਿਆ। ਰੱਬ ਨਾਲੋਂ ਟੁੱਟਣ ਦੇ ਕਰਕੇ ਉਹ ਰੋਂਦਾ। ਉਹਨੂੰ ਗਿਆਨ ਹੁੰਦਾ ਕਿ ਮੈਂ ਰੱਬ ਨਾਲੋਂ ਟੁੱਟ ਰਿਹਾ ਹਾਂ, ਉਦੋਂ ਉਹਦਾ ਰੋਣਾ ਸ਼ੁਰੂ ਹੁੰਦਾ ਹੈ। ਦੁਨਿਆਵੀ ਡਾਕਟਰ ਕਹਿੰਦੇ ਨੇ ਉਹ ਤੰਦਰੁਸਤ ਹੁੰਦਾ ਤਾਂ ਰੋਂਦਾ ਹੈ, ਤੇ ਜਾਂ ਬੱਚਾ ਬੇਸੁਰਤ ਹੋਣ ਕਰਕੇ ਚੁੱਪ ਹੁੰਦਾ। ਦੋ ਕਾਰਨ ਹੁੰਦੇ, ਤੀਜਾ ਕਾਰਨ ਕੋਈ ਨਹੀਂ। ਦਾਈ ਕਹਿਣ ਲੱਗੀ, ਨਾ ਤਾਂ ਬੱਚਾ ਰੋਇਆ ਹੈ ਤੇ ਨਾ ਬੱਚਾ ਚੁੱਪ ਸੀ। ਪੰਡਤ ਬੜਾ ਹੈਰਾਨ, ਇਹ ਕੀ ਕਾਰਨ? ਇਹ ਦੋ ਗੱਲਾਂ ਤੇ ਪ੍ਰਚਲਿਤ ਨੇ ਕਿ ਜਾਂ ਬੱਚਾ ਰੋਂਦਾ ਹੈ ਤੇ ਜਾਂ ਬੰਦਾ ਚੁੱਪ ਹੈ। ਤੂੰ ਕਹਿ ਰਹੀ ਹੈ ਨਾ ਬੱਚਾ ਰੋਇਆ ਹੈ ਤੇ ਨਾ ਚੁੱਪ ਸੀ, ਤੇ ਹੋਇਆ ਕੀ ਹੈ? ਕਿ ਦਾਈ ਕਹਿਣ ਲੱਗੀ ਹੈ, ਜਨਮ ਲੈਂਦਿਆਂ ਹੀ ਖਿੜਖੜਾ ਕਰਕੇ ਹੱਸਿਆ। ਗੱਜ ਕਰਕੇ ਆਖੋ ਸਤਿਨਾਮ। ਇਹ ਪਹਿਲੀ ਵਾਰ ਹੋਇਆ। ਕਿਉਂ ਹੱਸਿਆ? ਕਾਰਨ ਕੀ ਸੀ? ਕਿਉਂਕਿ ਗੁਰੂ ਨਾਨਕ ਦਾ ਜੀਵਨ ਜਿਹੜਾ ਹੈ ਉਹ ਰੋਂਦਿਆਂ ਹੋਇਆਂ ਨੂੰ ਹਸਾਉਣ ਵਾਲਾ ਹੈ। ਜਿਹੜਾ ਆਪ ਰੋਂਦਾ ਹੈ ਉਹ ਕਿਸੇ ਨੂੰ ਹਸਾ ਨਹੀਂ ਸਕਦਾ। ਆਪਾਂ ਰੋਂਦਿਆਂ ਨੇ ਜਨਮ ਲਿਆ, ਰੋਂਦੇ ਹੀ ਸੰਸਾਰ ਤੋਂ ਚਲੇ ਜਾਂਦੇ। ਕਦੀ ਆਹ ਨਹੀਂ ਹੋਇਆ, ਉਹ ਨਹੀਂ ਹੋਇਆ, ਹਰ ਵਕਤ ਟੈਨਸ਼ਨ ਚਿੰਤਾ ਹੀ ਲੱਗੀ ਰਹਿੰਦੀ, ਰੋਂਦੇ ਰਹਿੰਦੇ। ਧਿਆਨ ਦੇਣਾ। ਪਰ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਵਿੱਚ ਅਨੇਕਾਂ ਤਰ੍ਹਾਂ ਦੇ ਹਾਵ ਭਾਵ ਹੋਏ, ਭਾਵ ਕੇ ਅਨੇਕਾਂ ਤਰ੍ਹਾਂ ਦੇ ਉਤਰਾਅ ਚੜ੍ਹਾਅ ਆਏ, ਪਰ ਗੁਰੂ ਨਾਨਕ ਸਾਹਿਬ ਦੀ ਬਿਰਤੀ ਵਿੱਚ ਅੰਤਰ ਨਹੀਂ ਆਇਆ, ਫਰਕ ਨਹੀਂ ਪਿਆ, ਰੋਣਾ ਨਹੀਂ ਆਇਆ। ਉਹਨਾਂ ਦਾ ਜੀਵਨ ਹਸਾਉਣ ਵਾਲਾ ਰਿਹਾ ਹੈ। ਉਹ ਜੀਵਾਂ ਨੂੰ ਹਸਾਉਂਦੇ ਰਹੇ ਆ, ਦੁਖੀਆਂ ਨੂੰ ਉਹਨਾਂ ਨੇ ਹਸਾਇਆ ਹੈ। ਜਿਹੜੇ ਰੋਂਦੇ ਸਨ ਉਹਨਾਂ ਨੂੰ ਹਸਾਇਆ ਹੈ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਬਚਪਨ ਤੋਂ ਰਹਿਮਤਾਂ ਵਰਤਾਈਆਂ
ਰਾਏ ਭੋਏ ਦੀ ਤਲਵੰਡੀ ਤੇ ਅਨੇਕਾਂ ਕੌਤਕ ਕੀਤੇ ਨੇ। ਫਿਰ ਸੁਲਤਾਨਪੁਰ ਸਾਹਿਬ ਦੀ ਧਰਤੀ ਤੇ 14 ਸਾਲ ਦੇ ਕਰੀਬ ਰਹਿ ਕਰਕੇ ਕੌਤਕ ਵਰਤਾਏ ਨੇ। ਉਸ ਤੋਂ ਬਾਅਦ ਗਰੀਬ ਨਵਾਜ ਪਾਤਸ਼ਾਹ ਜੀ ਨੇ 4 ਉਦਾਸੀਆਂ ਕੀਤੀਆਂ। ਜਦੋਂ ਸਤਿਗੁਰਾਂ ਨੇ ਦੂਸਰੀ ਉਦਾਸੀ ਕੀਤੀ ਹੈ ਤੇ ਮਹਾਰਾਜ ਦੱਖਣ ਦੀ ਧਰਤੀ ਤੇ ਗਏ ਨੇ। ਗਰੀਬ ਨਵਾਜ ਚਲਦਿਆਂ ਉਜੈਨ ਤੋਂ ਹੁੰਦਿਆਂ ਹੋਇਆ ਦੱਖਣ ਦੀ ਧਰਤੀ ਤੇ ਨਰਮਦਾ ਨਦੀ ਦੇ ਕੰਢੇ ਤੁਰੇ ਜਾ ਰਹੇ ਤੇ ਉੱਥੋਂ ਚਲਦਿਆਂ ਮਹਾਰਾਜ ਅੱਗੇ ਇੰਦੌਰ ਸ਼ਹਿਰ ਗਏ ਨੇ। ਇੰਦੌਰ ਤੋਂ ਅੱਗੇ ਹੁਸ਼ੰਗਾਬਾਦ ਦੇ ਵਿੱਚ ਰਾਜੇ ਲక్ష్ਮੀ ਰਾਓ ਦੇ ਨਾਲ ਸਮਾਜ ਹੋਇਆ ਤੇ ਮੈਂ ਉਹ ਵਿਚਾਰ ਰੱਖਾਂਗਾ। ਨਰਮਦਾ ਨਦੀ ਦੇ ਕੰਢੇ ਜਦੋਂ ਮਹਾਰਾਜ ਤੁਰੇ ਜਾ ਰਹੇ ਨੇ ਤੇ ਅੱਗੇ ਇੱਕ ਨਰਮਦਾ ਨਦੀ ਦੇ ਕੰਢੇ ਤੇ ਇੱਕ ਮੰਦਿਰ ਬਣਿਆ ਹੋਇਆ ਸੀ, ਜਿਸ ਮੰਦਿਰ ਨੂੰ ਕਿਹਾ ਜਾਂਦਾ ਸੀ ਓਅੰਕਾਰ ਦਾ ਮੰਦਿਰ। ਉਹਦੇ ਵਿੱਚ ਮੂਰਤੀ ਲੱਗੀ ਹੋਈ ਸੀ ਤੇ ਉਹਨੂੰ ਵੀ ਓਅੰਕਾਰ ਦੀ ਮੂਰਤੀ ਕਿਹਾ ਜਾਂਦਾ ਸੀ। ਹੈ ਉਹ ਸ਼ਿਵ ਦਾ ਮੰਦਿਰ ਸੀ ਪਰ ਉਹਨੂੰ ਓਅੰਕਾਰ ਦਾ ਮੰਦਿਰ ਕਿਹਾ ਜਾਂਦਾ ਸੀ। ਉੱਥੇ ਇੱਕ ਪੰਡਤ ਜਿਹੜਾ ਸੀ ਉਹ ਬੱਚਿਆਂ ਨੂੰ ਵਿਦਿਆ ਪੜ੍ਹਾ ਰਿਹਾ ਸੀ। ਜਦੋਂ ਸਤਿਗੁਰੂ ਪਾਤਸ਼ਾਹ ਜੀ ਉੱਥੋਂ ਲੰਘਣ ਲੱਗੇ ਤੇ ਮਹਾਰਾਜ ਦੀ ਨਿਗਾਹ ਪਈ ਤੇ ਪਾਤਸ਼ਾਹ ਜੀ ਰੁਕ ਗਏ ਨੇ। ਤਾਂ ਉਸ ਵੇਲੇ ਗਰੀਬ ਨਵਾਜ ਪਾਤਸ਼ਾਹ ਨੇ ਪੁੱਛਿਆ ਕਿ ਪੰਡਤ ਜੀ, ਇਹ ਜਿਹੜੀ ਤੁਸੀਂ ਵਿਦਿਆ ਬੱਚਿਆਂ ਨੂੰ ਪੜ੍ਹਾ ਰਹੇ ਹੋ, ਇਹਦੇ ਅਰਥਾਂ ਦਾ ਕੋਈ ਪਤਾ ਹੈ? ਤੇ ਪੰਡਤ ਨੇ ਆਖਿਆ, ਨਹੀਂ ਮਹਾਰਾਜ, ਮੈਨੂੰ ਤਾਂ ਇਹਦੇ ਅਰਥਾਂ ਦਾ ਕੋਈ ਪਤਾ ਨਹੀਂਗਾ। ਮੈਂ ਤਾਂ ਕੇਵਲ ਦੁਨਿਆਵੀ ਹਿਸਾਬ ਕਿਤਾਬ ਜਾਣਦਾ ਹੈ, ਦੁਨਿਆਵੀ ਕਾਰ ਵਿਹਾਰਾਂ ਦੀ ਵਿਦਿਆ ਪੜ੍ਹਾ ਸਕਦਾ ਹੈ, ਮੈਨੂੰ ਹੋਰ ਕੋਈ ਪਤਾ ਨਹੀਂ। ਤੇ ਪਾਤਸ਼ਾਹ ਨੇ ਆਖਿਆ, ਪੰਡਤ ਜੀ, ਜੇ ਤੁਹਾਨੂੰ ਪਤਾ ਨਹੀਂ ਤੇ ਫਿਰ ਇਹ ਕਿਉਂ ਤੁਸੀਂ ਜੰਜਾਲਾਂ ਵਾਲੀ ਵਿਦਿਆ ਪੜ੍ਹਾ ਰਹੇ? ਅੱਗੇ ਜਾ ਕੇ ਸ਼ਬਦ ਆਉਣਾ ਨਾ ਰਹਾਉ ਵਾਲਾ। ਪੰਡਤ ਨੂੰ ਸੰਬੋਧਨ, ਸੁਣ ਪਾਂਡੇ ਕਿਆ ਲਿਖੋ ਜੰਜਾਲਾ। ਪੰਡਤ ਜੀ ਸੁਣਦਾ ਕਰੋ, ਕੀ ਇਹ ਜੰਜਾਲਾਂ ਵਾਲੀ ਵਿਦਿਆ ਲਿਖਾ ਰਹੇ ਹੋ? ਲਿਖ ਰਹੇ ਹੋ ਜੰਜਾਲ, ਕੁਆੜਿਆਂ ਵਾਲੀ ਵਿਦਿਆ। ਅੱਜ ਸਾਡੇ ਵਿਦਵਾਨ ਵੀ ਚੁੱਕੀ ਫਿਰਦੇ ਨੇ ਕੁਆੜਿਆਂ ਵਾਲੀ ਵਿਦਿਆ, ਕਿ ਕਦੀ ਉੱਥੇ ਕੁਆੜਾ ਪਾ ਲਿਆ, ਕਦੀ ਉੱਥੇ ਪਵਾ ਲਿਆ। ਦੁਨਿਆਵੀ ਵਿਦਿਆ ਹੈ ਹੀ ਕੁਆੜਿਆਂ ਵਾਲੀ। ਕੁਆੜੀ ਗੁਰੂ ਤਾਂ ਗੁਰੂ ਕੀ ਬਾਣੀ ਕਰਦੀ ਹੈ। ਜੇ ਅਸੀਂ ਗੁਰਬਾਣੀ ਅਨੁਸਾਰ ਚੱਲਾਂਗੇ ਕਦੇ ਕੁਆੜਾ ਪਵੇਗਾ ਹੀ ਨਹੀਂ। ਕੁਆੜਾ ਪੈਣਾ ਹੀ ਉਦੋਂ ਹੈ ਜਦੋਂ ਅਸੀਂ ਕੁਆੜਿਆਂ ਵਾਲੀ ਵਿਦਿਆ ਪੜਾਂਗੇ, ਜਿਸ ਤੋਂ ਗੁਰੂ ਨਾਨਕ ਸਾਹਿਬ ਨੇ ਰੋਕਿਆ ਸੀ। ਸੋ ਉਸ ਵੇਲੇ ਕਹਿਣ ਲੱਗੇ, ਮਹਾਰਾਜ ਤੁਸੀਂ ਕਿਰਪਾ ਕਰੋ, ਫਿਰ ਉਹ ਵਿਦਿਆ ਤੁਸੀਂ ਦੱਸ ਦਿਓ ਜਿਹਦੇ ਚ ਕੁਆੜਾ ਨਹੀਂ ਪੈਂਦਾ। ਗਰੀਬ ਨਵਾਜ ਪਾਤਸ਼ਾਹ ਕਹਿੰਦੇ, ਦੱਸ ਦਿੰਦੇ ਆ ਤੁਹਾਨੂੰ। ਉਸ ਵੇਲੇ ਪਾਤਸ਼ਾਹ ਨੇ ਉਸ ਪੰਡਤ ਨੂੰ ਸੰਬੋਧਨ ਕਰਕੇ ਇਹ ਪਾਵਨ ਗੁਰਬਾਣੀ ਦੀ ਰਚਨਾ ਕੀਤੀ। ਵਿਦਵਾਨਾਂ ਦੀ ਲਿਖਤ ਮੁਤਾਬਕ ਜਿਹੜੀ ਫੱਟੀ ਸੀ ਨਾ, ਪਹਿਲਾਂ ਪੜ੍ਹਾਈ ਫੱਟੀਆਂ ਤੇ ਹੁੰਦੀ ਸੀ। ਦਾਸ ਨੇ ਵੀ ਫੱਟੀਆਂ ਤੇ ਪੜ੍ਹਾਈ ਕੀਤੀ, ਬਹੁਤ ਸਮੇਂ ਦੀ ਗੱਲ ਨਹੀਂ ਦੂਰ ਦੀ। ਲੱਕੜ ਦੀਆਂ ਫੱਟੀਆਂ ਹੁੰਦੀਆਂ ਸਨ, ਉਹਦੇ ਉੱਪਰ ਗਾਗਰੀ ਨਾਲ ਪੋਜਿਆ ਹੁੰਦਾ ਸੀ, ਕਾਨੇ ਦੀ ਕਲਮ ਹੁੰਦੀ ਸੀ, ਸ਼ਾਹੀ ਨਾਲ ਲਿਖਿਆ ਜਾਂਦਾ ਸੀ। ਬਾਅਦ ਵਿੱਚ ਸਲੇਟਾਂ ਆ ਗਈਆਂ, ਹੁਣ ਤੇ ਸਲੇਟਾਂ ਵੀ ਖਤਮ ਹੋ ਗਈਆਂ, ਕਾਪੀਆਂ ਆ ਗਈਆਂ, ਹੁਣ ਕਾਪੀਆਂ ਵੀ ਖਤਮ ਹੁੰਦੀਆਂ ਜਾਂਦੀਆਂ, ਹੁਣ ਸਕਰੀਨਾਂ ਲੱਗ ਗਈਆਂ, ਬੜਾ ਕੁਝ ਅੱਗੇ ਵੱਧ ਜਾਂਦਾ, ਸਮੇਂ ਨਾਲ ਬਦਲ ਜਾਂਦਾ। ਪਰ ਉਸ ਵੇਲੇ ਲੱਕੜ ਦੀ ਫੱਟੀ ਤੇ ਵਿਦਿਆ ਜਿਹੜੀ ਉਹ ਲਿਖੀ ਜਾਂਦੀ ਸੀ, ਅੱਖਰ ਲਿਖੇ ਜਾਂਦੇ ਸੀ। ਤੇ ਪੁਰਾਣੇ ਸਮੇਂ ਦਾ ਇੱਕ ਰੂਲ ਸੀ ਕਿ ਜਦੋਂ ਫੱਟੀ ਤੇ ਹਿੰਦੂ ਲੋਕ, ਪੰਡਤ ਲੋਕ ਪੜ੍ਹਾਉਂਦੇ ਸਨ ਤੇ ਸਭ ਤੋਂ ਪਹਿਲਾਂ ਉਹ ਫੱਟੀ ਤੇ ਲਿਖਦੇ ਸਨ ਓਮ ਨਮਹਿ ਸੀਤਮ। ਇਹ ਸ਼ਬਦ ਲਿਖਿਆ ਹੋਇਆ ਸੀ ਉਹਨਾਂ ਦੇ ਆਪਣੇ ਧਰਮ ਦੇ ਮੁਤਾਬਕ ਉਹ ਲਿਖਿਆ ਹੋਇਆ। ਤੇ ਪਾਤਸ਼ਾਹ ਨੇ ਉਸ ਵੇਲੇ ਉਹ ਸ਼ਬਦ ਪੜ੍ਹਿਆ ਤੇ ਗਰੀਬ ਨਵਾਜ ਪਾਤਸ਼ਾਹ ਨੇ ਉਸ ਸ਼ਬਦ ਦੇ ਅਰਥ ਵੀ ਇਹਦੇ ਵਿੱਚ ਕੀਤੇ ਆ, ਪਰ ਉਹਨਾਂ ਦੇ ਢੰਗ ਨਾਲ ਨਹੀਂ ਕੀਤੇ। ਅਸਲ ਅਰਥ ਕੀਤੇ ਹੈ ਕਿ ਤੁਸੀਂ ਇਹ ਮੂਰਤੀ ਨਾਲ ਜੋੜਦੇ ਹੋ ਕਿ ਮੂਰਤੀ ਹੀ ਓੰਕਾਰ ਦੀ ਹੈ, ਇਹਦੇ ਅੱਗੇ ਨਮਸਕਾਰ ਕਰੋ, ਇਹੀ ਸਭ ਕੁਝ ਸਿੱਧ ਕਰਨ ਵਾਲੀ ਹੈ। ਪਾਤਸ਼ਾਹ ਕਹਿੰਦੇ ਨਹੀਂ, ਇਹ ਤੁਹਾਨੂੰ ਭੁਲੇਖਾ ਹੈ, ਅਸਲ ਵਿੱਚ ਓੰਕਾਰ ਵਾਹਿਗੁਰੂ ਹੈ, ਪਰਮੇਸ਼ਰ ਹੈ ਓੰਕਾਰ। ਹੁਣ ਓੰਕਾਰ ਸ਼ਬਦ ਜਿਹੜਾ ਨਾ, ਇਹ ਗੁਰਮੁਖੋ ਹਰ ਧਰਮ ਨੇ ਪ੍ਰਵਾਨ ਕੀਤਾ ਹੈ। ਇਹ ਸ਼ਬਦ ਤੁਸੀਂ ਵੇਖੋਗੇ, ਕਿਸੇ ਨੇ ਓਮ ਲਿਖਿਆ, ਕਿਸੇ ਨੇ ਓੰਕਾਰ ਲਿਖਿਆ, ਕਿਸੇ ਨੇ ਓਮ ਲਿਖਿਆ, ਅਰਥ ਇੱਕੋ ਹੀ ਹੈ। ਪਰ ਇਹਨੂੰ ਆਪਣੇ ਦੇਵੀ ਦੇਵਤਿਆਂ ਨਾਲ ਜਾਂ ਰਹਿਬਰਾਂ ਦੇ ਨਾਲ
ਹਰ ਧਰਮ ਨੇ ਜੋੜਨ ਦਾ ਯਤਨ ਕੀਤਾ, ਪਰ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇਸ ਓੰਕਾਰ ਨੂੰ ਇੱਕ ਓੰਕਾਰ ਬਣਾ ਦਿੱਤਾ ਹੈ। ਇਹ ਕਿਸੇ ਨਾਲ ਨਹੀਂ ਜੋੜ ਸਕਦਾ, ਇਹ ਇੱਕ ਨਾਲ ਹੀ ਜੁੜਿਆ ਹੈ। ਇੱਕ ਓੰਕਾਰ, ਓੰਕਾਰ ਕੇਵਲ ਇੱਕ ਹੀ ਹੈ, ਹੋਰ ਕੋਈ ਨਹੀਂ ਹੋ ਸਕਦਾ। ਉਹਦੀ ਕਿਰਤ ਹੋ ਸਕਦੀ ਹੈ, ਪਰ ਓੰਕਾਰ ਵਾਹਿਗੁਰੂ ਇੱਕ ਹੈ। ਇਹਦਾ ਨਾਮ ਦੱਖਣੀ ਓੰਕਾਰ ਤਾਂ ਰੱਖਿਆ ਕਿ ਦੱਖਣ ਦੀ ਧਰਤੀ ਤੇ ਉਚਾਰਨ ਕੀਤੇ। ਪਹਿਲਾ ਅਰਥ ਵਿਦਵਾਨਾਂ ਨੇ ਲਿਖੇ। ਦੂਜਾ ਅਰਥ ਦੱਖਣੀ ਰਾਗ ਦੀ ਜਾਤੀ ਵੀ ਹੈ, ਦੱਖਣੀ ਇੱਕ ਰਾਗ ਵੀ ਹੈ। ਜਿਵੇਂ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਦੇ ਬਚਨ ਅਸੀਂ ਅਲਾਹਣੀਆਂ ਦੇ ਵਿੱਚ ਪੜ੍ਹਦੇ ਹਾਂ, ਵਡਹੰਸ ਮਹੱਲਾ ਪਹਿਲਾ ਦੱਖਣੀ, ਉੱਥੇ ਵੀ ਦੱਖਣੀ ਹੁੰਦੀ ਹੈ। ਦੱਖਣੀ ਇੱਕ ਜਾਤੀ ਵੀ ਰਾਗ ਦੀ, ਭਾਵ ਕਿ ਇਹਦੇ ਵਿੱਚ ਦੱਖਣੀ ਰਾਗ ਵੀ ਜਿਹੜਾ ਸਮਿਲਿਤ ਕੀਤਾ ਹੈ, ਮਿਲਾਇਆ ਹੋਇਆ ਹੈ। ਦੋਵੇਂ ਰਾਗ ਇਕੱਠੇ ਨੇ, ਰਾਮਕਲੀ ਤੇ ਦੱਖਣੀ ਇਕੱਠੇ ਕਰਕੇ ਇਸ ਨੂੰ ਕਵਣਾ ਵਿਸਥਾਰ ਹੋ ਰਹੀ ਹੈ, ਪਰ ਸਮਾਂ ਥੋੜਾ ਹੈ। ਸੋ ਪਾਤਸ਼ਾਹ ਨੇ ਉਸ ਵੇਲੇ ਸੰਬੋਧਨ ਕਰਕੇ ਪਾਵਨ ਬਾਣੀ ਦੀ ਰਚਨਾ ਕੀਤੀ ਹੈ ਕਿ ਬਾਣੀ ਦੇ ਉਚਾਰਨ ਤੋਂ ਪਹਿਲਾਂ ਵਸਤੂ ਨਿਰਦੇਸ਼ਕ ਸੰਖੇਪ ਮੰਗਲ ਕੀਤਾ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਵਾਹਿਗੁਰੂ ਇੱਕ ਹੈ, ਉਹਦੇ ਵਰਗਾ ਹੋਰ ਕੋਈ ਨਹੀਂ। ਓੰਕਾਰ ਸ਼ਬਦ ਦਾ ਪ੍ਰਕਾਸ਼ਕ ਹੈ, ਭਾਵ ਸਭਨਾਂ ਨੂੰ ਪੈਦਾ ਕਰਨ ਵਾਲਾ, ਪਾਲਣਹਾਰ ਤੇ ਨਾਸ਼ ਕਰਤਾ ਉਹ ਇੱਕ ਹੈ। ਉਹਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਮਹਾਰਾਜ ਕਹਿੰਦੇ ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਕਿਰਪਾ ਦੇ ਨਾਲ ਉਸ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ, ਹੋਰ ਕੋਈ ਤਰੀਕਾ ਨਹੀਂਗਾ। ਇੱਕੋ ਹੀ ਤਰੀਕਾ ਹੈ ਕਿ ਸਤਿਗੁਰੂ ਦੀ ਕਿਰਪਾ ਹੋਵੇਗੀ ਤਾਂ ਉਸ ਵਾਹਿਗੁਰੂ ਦੀ ਪ੍ਰਾਪਤੀ ਹੋਵੇਗੀ। ਤੇ ਸਤਿਗੁਰੂ ਦੀ ਕਿਰਪਾ ਉਹਦੇ ਤੇ ਹੁੰਦੀ ਹੈ ਜਿਹੜਾ ਸਤਿਗੁਰੂ ਦੇ ਹੁਕਮ ਵਿੱਚ ਚੱਲਦਾ, ਜਿਹੜਾ ਸਤਿਗੁਰੂ ਦੀ ਮਰਿਆਦਾ ਵਿੱਚ ਚੱਲਦਾ, ਜਿਹੜਾ ਸਤਿਗੁਰਾਂ ਦੇ ਹੁਕਮ ਵਿੱਚ ਚੱਲੇਗਾ ਉਹਦੇ ਤੇ ਸਤਿਗੁਰਾਂ ਦੀ ਕਿਰਪਾ ਹੋਵੇਗੀ। ਜਿਹਦੇ ਤੇ ਸਤਿਗੁਰਾਂ ਦੀ ਕਿਰਪਾ ਹੋਵੇਗੀ ਉਸ ਨੂੰ ਹੀ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਓੰਕਾਰ ਬ੍ਰਹਮਾ ਉਤਪਤ, ਇਹ ਸਤਿਗੁਰੂ ਪਾਤਸ਼ਾਹ ਦੀ ਕਿਰਪਾ ਕਰਦੇ ਨੇ ਕਿ ਇਸ ਓੰਕਾਰ ਤੋਂ ਹੀ ਸਭ ਕੁਝ ਪੈਦਾ ਹੋਇਆ ਹੈ। ਹਿੰਦੂ ਮਤ ਦੇ ਵਿੱਚ ਤਿੰਨ ਦੇਵਤੇ ਜਿਹੜੇ ਉਹ ਪ੍ਰਚਲਿਤ ਨੇ, ਬ੍ਰਹਮਾ, ਵਿਸ਼ਨੂੰ ਤੇ ਸ਼ਿਵ ਜੀ। ਤਿੰਨਾਂ ਦੀ ਉਪਾਸਨਾ ਹੈ, ਪਰ ਸਭ ਤੋਂ ਵੱਧ ਉਪਾਸਨਾ ਜਿਹੜੀ ਵਿਸ਼ਨੂੰ ਦੀ ਹੈ। ਦੂਜੇ ਨੰਬਰ ਤੇ ਸ਼ਿਵ ਜੀ ਦੀ ਹੈ ਤੇ ਬ੍ਰਹਮੇ ਦੀ ਤਾਂ ਹੈ ਹੀ ਨਹੀਂ। ਇਹਦੇ ਵੀ ਕਾਰਨ ਵਿਦਵਾਨਾਂ ਨੇ ਲਿਖੇ। ਵਿਸ਼ਨੂੰ ਦੀ ਪੂਜਾ ਲੋਭ ਕਰਕੇ ਹੈ, ਕਿਉਂਕਿ ਲੋਕ ਇਹ ਜਾਣਦੇ ਕਿ ਜੇ ਵਿਸ਼ਨੂੰ ਆਊਗਾ ਤੇ ਨਾਲ ਲక్ష్ਮੀ ਵੀ ਹੈਗੀ, ਲక్ష్ਮੀ ਤੇ ਸਾਰਿਆਂ ਨੂੰ ਚਾਹੀਦੀ ਹੈ। ਇਸ ਕਰਕੇ ਵਿਸ਼ਨੂੰ ਦੇ ਸਭ ਤੋਂ ਵੱਧ ਮੰਦਰ ਨੇ ਇੰਡੀਆ ਦੇ ਵਿੱਚ, ਕਿਉਂਕਿ ਬੰਦਾ ਲੋਭੀ ਹੈ ਤੇ ਬੰਦੇ ਨੂੰ ਲੋਭ ਹੈ ਕਿ ਲక్ష్ਮੀ ਮੇਰੇ ਘਰ ਆਵੇ। ਤੇ ਉਹਨਾਂ ਦੇ ਧਰਮ ਦੀ ਰਵਾਇਤ ਹੈ ਕਿ ਲక్ష్ਮੀ ਵਿਸ਼ਨੂੰ ਨਾਲ ਬੈਠੀ, ਉਹ ਤਾਂ ਵਿਸ਼ਨੂੰ ਦੀ ਪੂਜਾ ਬਹੁਤ ਹੀ ਕਰਦੇ। ਤੇ ਸ਼ਿਵ ਜੀ ਦੀ ਪੂਜਾ ਉਹ ਤਾਂ ਕਰਦੇ ਨੇ ਕਿ ਉਹਨੂੰ ਮੌਤ ਦਾ ਦੇਵਤਾ ਉਹਨਾਂ ਨੇ ਮੰਨਿਆ, ਗੁਰਮਤਿ ਨੇ ਨਹੀਂ। ਤੇ ਮੌਤ ਤੋਂ ਵੀ ਲੋਕ ਡਰਦੇ ਨੇ, ਡਰ ਕਰਕੇ ਪੂਜਾ ਜਿਹੜੀ ਸ਼ਿਵ ਜੀ ਦੀ ਹੈ ਕਿ ਭੋਲੇਨਾਥ ਜੀ ਤੁਸੀਂ ਪਾਸੇ ਪਾਸੇ ਲੰਘ ਜਿਓ, ਸਾਡੇ ਘਰ ਨਾ ਆਇਓ, ਇਹ ਤਾਂ ਪੂਜਾ। ਤੇ ਬ੍ਰਹਮੇ ਦੀ ਪੂਜਾ ਕੋਈ ਨਹੀਂ ਗੀ। ਬ੍ਰਹਮੇ ਦੇ ਸਿਰਫ ਦੋ ਮੰਦਰ ਨੇ, ਇੱਕ ਗੁਜਰਾਤ ਦੇ ਵਿੱਚ ਹੈ ਤੇ ਇੱਕ ਪੁਸ਼ਕਰ ਦੇ ਵਿੱਚ ਹੈ। ਸਿਰਫ ਦੋ ਇੰਡੀਆ ਦੇ ਵਿੱਚ ਮੰਦਰ, ਜਿਹਨੂੰ ਸ੍ਰਿਸ਼ਟੀ ਰਚਨਹਾਰ ਮੰਨਿਆ ਉਹਦੇ ਸਿਰਫ ਦੋ ਮੰਦਰ। ਕਿਉਂ? ਕਿ ਤੂੰ ਜਨਮ ਦਿੱਤਾ, ਤੂੰ ਹੁਣ ਵਿਹਲਾ, ਤੇਰੇ ਤੋਂ ਕੀ ਲੈਣਾ? ਜਨਮ ਦੇ ਦਿੱਤਾ, ਹੁਣ ਤੇਰੇ ਤੋਂ ਕੀ ਲੈਣਾ? ਕੰਮ ਨਿਬੜਿਆ। ਬ੍ਰਹਮੇ ਨੂੰ ਕੋਈ ਨਹੀਂ ਪੂਜਦਾ ਹੈ। ਤਿੰਨੇ ਦੇਵਤੇ ਉਹਨਾਂ 'ਚ ਮਹਾਨ ਮੰਨੇ ਗਏ ਨੇ, ਪਰ ਪੂਜਾ ਜਿਹੜੀ ਆ ਉਹ ਸਭ ਤੋਂ ਵੱਧ ਵਿਸ਼ਨੂੰ ਦੀ ਹੈ ਤੇ ਸ਼ਿਵ ਜੀ ਦੀ ਹੈ, ਬ੍ਰਹਮੇ ਦੀ ਵੀ ਹੈ। ਪਾਤਸ਼ਾਹ ਨੇ ਇਹ ਵੀ ਕਿਹਾ ਕਿ ਮੰਨ ਲੈਂਦੇ ਆ ਵੀ ਬ੍ਰਹਮਾ ਪੈਦਾ ਕਰਦਾ ਹੈ, ਵਿਸ਼ਨੂੰ ਦਿੰਦਾ ਹੈ ਰੋਜੀ ਰੋਟੀ, ਤੇ ਸ਼ਿਵ ਜੀ ਜਿਹੜਾ ਮਾਰਦਾ, ਮੰਨ ਲੈਂਦੇ ਤੁਹਾਡੀ ਗੱਲ। ਪਰ ਪਾਤਸ਼ਾਹ ਕਹਿੰਦੇ ਆਪਣੇ ਆਪ ਦਾ ਕੁਝ ਨਹੀਂ ਕਰ ਸਕਦੇ। ਅਸੀਂ ਜਪਜੀ ਸਾਹਿਬ ਵਿੱਚ ਰੋਜ਼ ਪੜ੍ਹਦੇ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਕਹਿੰਦੇ ਇੱਕ ਸੰਸਾਰ ਨੂੰ ਪੈਦਾ ਕਰਨ ਵਾਲਾ ਤੁਸੀਂ ਮੰਨਿਆ ਹੈ, ਇੱਕ ਕਹਿੰਦੇ ਨੇ ਭੰਡਾਰੀ ਦੇਣ ਵਾਲਾ ਹੈ, ਭੰਡਾਰੀ ਹੈ, ਇੱਕ ਲਾਏ ਦੀਵਾਨ, ਇੱਕ ਉਹ ਹੈ ਜਿਹਨੂੰ ਬਾਣ ਆਦਤ ਹੈ ਮਾਰਨ ਦੀ, ਦੈਤਾ ਕਰਨ ਦੀ। ਕਹਿੰਦੇ ਮੰਨ ਲਿਆ ਇਹ ਤਿੰਨ ਹਨ, ਪਰ ਪਾਤਸ਼ਾਹ ਕਹਿੰਦੇ ਨੇ ਜਿਵ ਤਿਸ ਭਾਵੈ ਤਿਵੈ ਚਲਾਵੈ। ਇਹ ਆਪਣੇ ਆਪ ਵੀ ਕੁਝ ਨਹੀਂ ਕਰ ਸਕਦੇ, ਜਿਵੇਂ ਤਿਸ ਵਾਹਿਗੁਰੂ ਨੂੰ ਭਾਉਂਦਾ ਹੈ ਤਿਵੇਂ ਇਹਨਾਂ ਨੂੰ ਚਲਾਉਂਦਾ। ਜਿਵ ਹੋਵੇ
फरमान जिवें उहदा फरमान हुंदा है ओह वेख है। वो रब तां इन्हां तिन्नां नूं वेखदा है, उन्हां नज़र ना आवे, उन्हां तिन्नां नूं रब नहीं दिसदा। बहुता इहो विडान कहंदे, बहुता इहो ही अचरज कौतुक है। उन्हां दे मत मुताबिक ब्रह्मा जिहड़ा है वो सृष्टि की रचना करता मन्निया, पर पातशाह कहंदे नहीं, वो अहंकार ब्रह्मा उत्पत उस ब्रह्मे नूं भी रब ने पैदा कीता है। उस मालिक की शक्ति नाल ब्रह्मा पैदा होया है। विद्वानां दी लिखत मुताबिक ते गुरबाणी मुताबिक ब्रह्मा जिहड़ा है वो नाग दी कमल दी नाभि विचों पैदा होया। नाग कमल ते ब्रह्मा पुजे। हुण तां कहंदे भी ब्रह्मा होया ही नहीं, उन्होंने मूर्खों ने पूछो गुरबाणी तो लिखा कि नाग कमल ते ब्रह्मा पुजे, कमल की नाभि विचों ब्रह्मा पैदा होया। कहते जो ब्रह्मा पैदा होया सी ना, ये आसे पासे कुछ नहीं, उन्हों की लिखत मुताबिक उन्हें सोचा मैं कला ही मैनू कौन पैदा करवा, आकाश पानी कोई भी आ जा तेरे लागे, कमल का फुल है ये तू पैदा होया। वो कमल का फुल छोटा जिहा हंकार आ गया मन में, आ कमल का फुल ये मैनू पैदा करेगा। गुस्से में आके लत मारी ते कमल की नाड़ी च डिग पिया। छत्ती युग उहदे विच ही घुमदा रहा, छत्ती युग उहदे विच ही घुमदा रहा। मुड़ के तरले मारे ते वाहिगुरू ने फिर बाहर लिआंदा, फिर उहदा जिहड़ा हंकार सी वो दूर होया। सो पातशाह कहंदे ने ब्रह्मा जिहड़ा वो भी ओंकार तो पैदा। वैसे तो जिन्नी भी सृष्टि है ये सारी सृष्टि एक ओंकार वाहिगुरू तो पैदा हुई है। उन्होंने कुछ समा नहीं लगा। क्रिश्चन कहते हैं कि जो सृष्टि पैदा हुई है तो रब नूं खुदा नूं 6 दिन लगे, 6 दिन सृष्टि पैदा करने लगे, तो 7वें दिन फिर रब ने थक गया सी ते उन्हें आराम किया, तां ही ऐतवार दी छुट्टी। उन्हां दी लिखत मुताबिक ही है। वो कहते हैं लिखता है, मैं अपने को नहीं कह रहा कि 6 दिन लगे है, कहते भी 7वें दिन रब ने आराम किया है, वो थक गया सी तां करके वो आराम वास्ते पक्का ही दिन बनया होया है। जे 7वें दिन किसी को लोड़ पै जाए रब की, रब सुता ही ना उठे, फिर की बने, ये भी वेखना पऊगा ना। ये विचार जिहड़ी है कोई गुरमत के दायरे में नहीं, ये विचार है। मैं किसी की विरोधता नहीं कर रहा, पर एक सिद्धांत तो देना पवेगा, दसना पवेगा कित्थे खड़े हैं। पर पातशाह कहते नहीं, जो रब ने सृष्टि बनाई ये तो पता नहीं कदों बनाई, ये तो कोई नहीं जानता। इस जपजी साहिब आप रोज पढ़ते, कवन सुहेला वक्त कवन कवन थित कवन वार। हरे कहते केड़ा वेला सी, केड़ा वक्त सी, केड़ी तरीक सी, केड़ा वार सी, कवन से रुत्ती रुत केड़ी सी, माहो कवन महीना केड़ा सी, जित हुआ आकार। जो कहते आकार बने, ये संसार बनया। सिद्धा नाल विचार चर्चा हुई सी, कहन लगी महाराज पंडितां नूं पता होवेगा, मारे कहते वेल ना पाईया पंडिती जे होवे लेख पुराण। पंडितां ने भी वो वेला नहीं प्राप्त किया, उन्होंने पता नहीं, जे पता हुंदा लेख पुराण उन्होंने पुराणा में लिख देना सी कि इन्नी तरीक नूं इस वेले ते रब ने सृष्टि बनाई सी। 12 फिर काजी बड़े ज्ञानवान, उन्होंने पता होगा। बारे कहते वक्त ना पायो कादिया जे लिखण लेख कुरान। कादिया का अर्थ है कालियां। कई वीर पढ़न लगे गलती कर देंगे, कहेंगे कादियां, कादियां नहीं, वो कादियां पिंड भी गए ना गुरदासपुर च, वो अर्थ भी गलत करते। गुरु नानक साहब ने लिखा है कि कादियां वाले वक्त नहीं पाउणगे, वो अपने तौर पर बना नहीं। कादिया जिहड़ा जज्जा ते दद्दा अखर, इन्हां नूं स्वरली अखर कहा जाता है। जज्जा दद्दे की थां ते लग जाता है, दद्दा जज्जे की थां ते लग जाता है। ये अखर एक दूजे की थां ते लग जाते, जिवें लल्ला ते रारा अखर ये भी स्वरली अखर एक दूजे की थां ते वरते जाते हैं। कई थावां आपां वचन पढ़ते मेली, कई थावां ते नानक घर मेरी, मेरी का अर्थ भी मेरी है। रारा अखर वरत्या महाराज ने, ये वरते जाते एक दूजे की थां ते। इस करके कादिया पोला जिहा शब्द पढ़ना, वक्त ना पायो कादिया जे लिखण लेख कुरान। महाराज कहंदे उन्हां कादियां ने भी उस वक्त नूं नहीं पाया जिस वक्त ते रब ने सृष्टि साजी है। जे पाया हुंदा ते कुरान शरीफ जिहड़ा ग्रंथ है उहदे विच उन्हां लिख देना सी। फिर कहण लगे महाराज साडे वड्डे वडेरे होए जोगी, महाराज कहंदे थित वार ना जोगी जाना रुत माहो ना कोई।
महाराज कहते थित तरीक ते वार, जिवें सोमवार मंगलवार थित वार तरीक ते वार तुहाडे वडेरे जोगी भी जानदे। थित वार ना जोगी जाना, रुत माहो ना कोई, रुत नहीं जानते, माहो महीना नहीं जानते, महाराज फिर कौन जानता? कोई तो जानता होगा। महाराज कहते हाँ जानते। महाराज कौन जानता फिर? महाराज कहते जा करता सिरठी को साजे आपे जाना सोई, जिस करते ने सृष्टि नूं साजिया उही जानदा, होर कोई नहीं जानदा। गज करके आखो सतनाम। फिर इन्हां ने यह भी गल कही सी, महाराज असीं सुनिया तुसीं रब दा निरंकार दा सरगुण स्वरूप हो, तुसीं तां जानदे होवोगे। महाराज कहंदे हाँ जानदे। इन्हां सोचे कि दूजे तरीके नाल गुरु नानक साहिब नूं हरा दईए, ये पहिलां कहंदे जानदा कोई नहीं, हुण इन्हां आपे दस देना, मुड़ के आखां भी जानदा तुसीं तां जानदे हो, तुसीं कहंदे जानदा कोई नहीं। महाराज तुसीं जानदे होगे। महाराज कहंदे हाँ जानदे। कहण लगे महाराज फिर दसो। महाराज कहंदे दसना नहीं। कहण लगे भी ये किहो जी गल होई महाराज, एक पासे तुसीं कहंदे जानदे आ, दूजे पासे कहंदे दसना नहीं, दसना क्यों नहीं? तां महाराज कहंदे जे हाओ जाना आखा नहीं, हाओ दा अर्थ मैं। महाराज कहंदे जे मैं जानदा ना आखना नहीं। महाराज क्यों नहीं आखना? कहना कथन ना जाई, क्योंकि वो क्या नहीं जा सकता, उसका कथन नहीं किया जा सकता। जानते असी हाँ पर कह नहीं सकते, कथन नहीं किया जा सकता, जानते हाँ। सो इस करके सृष्टि की रचना होर कोई नहीं जानता। परमेश्वर जानता है, परमेश्वर का स्वरूप गुरु नानक साहब वो तो जानते ही है, पर महाराज ने दसिया नहीं, क्योंकि दसिया जा नहीं सकता। पर महाराज कहते इन्ना जरूर दस सकते हैं कि सब कुछ उन्हें बनाया, पर यह नहीं दसिया जा सकता कदों बनाया, वो नहीं दसिया जा सकता। बनाया सब कुछ उन्हें है, जो कुछ है। महाराज कितना समा लगा वो बनाने लगे। महाराज कहते समा तो नहीं कोई बहुता लगा, उन्हें एक ही वचन किया कि सारा संसार बन गया। महाराज एक वचन ही। महाराज कहते हाँ कीता पसाओ एको कवाओ, तिसते हुए लख दरियाओ। कीता पसाओ पसारा कीता वाहिगुरू ने, एको कवाओ एको वचन कह करके तिसते हुए लख दरियाओ, लखां दरिया बन गए। जिवें असीं होर भी वचन पढ़दे ने पावन बाणी दे विच, ओंकार उत्पत्ति, ओंकार वाहिगुरू तो सब कुछ उत्पन्न होया है। किया दिन सब राती, दिन रात सब कुछ उन्हें बनाया है। वाण त्रिण त्रिभवन बाणी, अवन जंगल त्रिण घाह, तिन्ने लोक बाणी, अब बोल बाणी दे बोलने बचन जां चार बाणियां मनियां गईयां। चारे वेद, चार वेद चारे खानी, चार वेद चारे खानियां। खंड दीप नौ खंड सत दीप, सब लोआ सारे लोग एक कवावा दे सब हुआ। महाराज कहते एक वचन नाल ये सब कुछ बनया, एक ही वचन नाल सब कुछ बन गया। दसवें ग्रंथ साहिब की पावन बाणी में 10वें पातशाह ने वचन लिखे। महाराज कहते प्रथमे ओंकार तिन कहा, सो धुन पूर जगत मोह रहा। पहला कहते वाहिगुरू ने ओंकार ही आख्या, कहते वो जी धुन है, वो आवाज, उन्होंने आवाज भी कहा जाता है। शब्द की आवाज, मालक की आवाज, मालक की धुनी। श्री जपजी साहिब ये बयान किया है कि वो जी आवाज है ना, मालक की धुन पैदा हुई है, वो धुन ही ज्ञान बनी। गुरमुख नादम, गुरमुख वेदम, नाद की आवाज, वेदम की ज्ञान, उस तो ज्ञान पैदा है। सो गुरु प्यार वाले हो, मारे कहते प्रथमे ओंकार तिन कहा, सो धुन पूर जगत वो रहा। वो धुनी सारे जगत विच पूर्ण है, ਉਹਦੇ ਤੋਂ ਸੰਸਾਰ ਜਿਹੜਾ ਹੈ ਉਹ ਬਣਿਆ, ਸਭ ਕੁਝ ਬਣਿਆ। ਤਾਤੇ ਭਇਓ ਜਗਤ ਵਿਸਥਾਰਾ, ਪੁਰਖ ਪਾਕਿਤ ਜਗ ਦੂ ਵਿਚਾਰਾ। ਕਲਗੀਧਰ ਪਾਤਸ਼ਾਹ ਦੇ ਵਚਨ ਵੀ ਉਸ ਤੋਂ ਇਸ ਸੰਸਾਰ ਦਾ ਫੈਲਾਅ ਪੈਦਾ ਹੋਇਆ, ਸਭ ਕੁਝ ਉਸ ਤੋਂ ਬਣਿਆ ਹੈ। ਇਸ ਕਰਕੇ ਪਾਤਸ਼ਾਹ ਕਹਿ ਰਹੇ ਨੇ ਓੰਕਾਰ ਬ੍ਰਹਮਾ ਉਤਪਤ, ਓੰਕਾਰ ਵਾਹਿਗੁਰੂ ਤੋਂ ਹੀ ਬ੍ਰਹਮਾ ਜਿਹੜਾ ਹੈ उत्पत्त है, पैदा होया है, अथवा ओंकार तो ही ये सब सृष्टि जिहड़ी है परमेश्वर तो ही पैदा हुई है। ओंकार किया जिन चित, ये ओंकार उस वाहिगुरू नूं ही चेते कीता ब्रह्मे ने।
कदों जो ब्रह्मे ते वो समा आया जो मद ते कैट बुदैंत ने ब्रह्मे ते विपता पा दी। संखासुर दैंत ने वेद जेड़े सी वो खोह लए सी, छुपा लए सी। मुड़ के परमेश्वर नूं चेते कीता। ब्रह्मा जी नूं घबराया ते वाहिगुरू ने आख्या तापकार ताप कर सकदा है, मालक नूं चेते कर बचा होवे। फिर चेते कीता ते दसवें पातशाह लिखते ने संखासुर मारे वेद उधारे। उदों संखासुर दैंत नूं मार करके वेद बचाए सी। उदों रखिया कीती सी। पहला अर्थ विद्वानां ने कीता कि ओंकार को ही चित्त विच आराधना कीता सी। दूजा ये जो चित्त है, ये जो साड़ियां इंद्रियां हैं, सब कुछ उस ओंकार तो पैदा होया। जिवें असीं पहले पातशाह का एक वचन पढ़ते, जीव तपत है बारो बार, तप तप खपै बहुत बेकार, जैतन बाणी विसर जाए, जो पक्का रोगी विरलाए। से शब्द विच एक वचन आउंदा है अगे जाके, जिन कन कीते अखी नाक, जिन जिहवा दिती बोले ताल। जिन्हें कन बनाए तेरे, तैनूं अखां दित्तियां ने, नक दिता है, जिन्हें जबान दिती है ताड़ ताड़ बोलण वास्ते, उस वाहिगुरू नूं चेते कर, उस परमेश्वर नूं चेते कर। ये चित्त ये इंद्रियां सब कुछ उस वाहिगुरू ने ही पैदा कीते है। ये सब कुछ उस मालिक तो पैदा होया है। ओंकार सैल जुग भये, अते उस ओंकार वाहिगुरू तो ही सैल जेड़े पहाड़ ने, कई पहाड़ों के नाम ही विद्यांचल पर्वत है, अस्थांचल पंचल है, मदरांचल पर्वत है, श्वेत पर्वत है। ये जेड़े पहाड़ ने ये भी उहदे तो पैदा हुए। युग चार युग जिवें सतयुग है, त्रेता है, द्वापर है, कलयुग, ये चार युग भी उस मालिक तो बने। सतयुग सत त्रेता जगी, द्वापर पूजा चार, तीनों युग तीनों जिहड़े कल केवल नाम आधार, ये चार युग भी उसको पैदा हुए। ओंकार वाहिगुरू को ही सारे पहाड़ आदि बने ने, युग बने ने। अथवा सैल का अर्थ का पहाड़, ते पहाड़ कहते ने जड़, पहाड़ जड़ चीज जिहड़ी अपने आप तुर फिर नहीं सकती। इत्थे अर्थ ये भी कीता है कि उस ओंकार को ही ये जड़ पदार्थ पैदा हुए ने। ते युग का अर्थ है चेतन। जिवें आपां पशु पंछी जिहड़े आप क्रिया करन वाले उन्हां नूं चेतन कहा जाता, जिन्हां विच चेतनता होवे, जिहड़े कुछ बोल सकते हैं, खा पी सकते हैं, तुर फिर सकते हैं, क्रिया कर सकते हैं, वो सारिया चीज़ां जिहड़ियां चेतन ने। ये चेतन की जड़ सब उस मालिक तो ही पैदा हुए हैं। ओंकार वेद निर्मय, ते ओंकार उस ओंकार वाहिगुरू परमेश्वर तो ही ये जिहड़े चार वेद ने ये पैदा हुए ने, निर्मय पैदा हुए ने, उपजे ने। किवें पैदा हुए? जिवें असीं बचन पढ़ते सुखमनी साहिब विच, प्रभ कै सिमरन ज्ञान ध्यान तत बुद्ध, प्रभ कै सिमरन सगल भवन की सुध। प्रभु दे सिमरन विच सब ज्ञान ध्यान पैदा। ब्रह्मा ने सिमरन कीता वाहिगुरू दा तां ओनूं वेद संपूर्ण होए। सिमरन की शक्ति विचों वो चार वेदां दा ज्ञान प्राप्त होया है। चार वेद भी उस मालिक के सिमरन विचों पैदा होया। ब्रह्मा ने नहीं कदे पैदा कीते। जे ब्रह्मा रब दा सिमरन ना करदा ते पातशाह कहंदे पंडित जी फिर ब्रह्मा नूं ये वेद नहीं सी लभणे, ये वेद नहीं सी प्राप्त होने, वेद नहीं सी संपूर्ण होने। ये उस मालिक तो ही निर्मय ने पैदा हुए हैं। ओंकार शब्द उदरे, ओंकार वाहिगुरू दे शब्द उपदेश नूं जिन्हां ने कमाया ओही उदरे ने, जिन्हां ने उस मालिक दा उपदेश कमाया। ओहदे शब्द दे राही, ओहदे ज्ञान दे राही, ओहदी बख्शिश नाल ही कई तरे ने। ओहदे शब्द तो बिना, ओहदी बख्शिश तो बिना, ओहदे उपदेश तो बिना किसी का पार उतारा नहीं होया। ओंकार गुरमुख तरे, ये ओंकार परमेश्वर नाल जुड़ करके जिहड़े गुरमुख ने वो तर गए। अथवा ओंकार वाहिगुरू का स्वरूप सतगुरु, सतगुरां दे मुख तो निकले उपदेश नूं जिन्हां गुरमुखां ने मन्निया है वो तर गए। ये ध्यान देना, तीन शब्द फटी ते लिखे सन, ओम नमः शीतल। ओम दे अर्थ करते महाराज
ਵੀ ਇਸ ਓਮ ਦਾ ਅਰਥ ਉਹ ਨਹੀਂ ਜਿਹੜਾ ਤੁਸੀਂ ਲਿਖੀ ਫਿਰਦੇ ਆ। ਅਸਲ ਵਿੱਚ ਓੰਕਾਰ ਨੂੰ ਕਿਹਾ ਹੈ, ਪਰਮੇਸ਼ਰ ਨੂੰ ਕਿਹਾ ਹੈ। ਤੇ ਦੂਜਾ ਸ਼ਬਦ ਸੀ ਨਮਹਿ। ਹੁਣ ਅਗਲੀਆਂ ਪੰਕਤੀਆਂ ਅੰਦਰ ਪਾਤਸ਼ਾਹ ਜੀ ਨਮਹਿ ਦੇ ਅਰਥ ਕਰਦੇ ਹਨ। ਓ ਨਮ ਅੱਖਰ ਸੁਣੋ ਵਿਚਾਰ। ਓ ਨਮ, ਇਹ ਪਾਠ ਵੱਖਰਾ ਵੱਖਰਾ ਕਰਨਾ, ਵੈਸੇ ਲਿਖਤ ਵਿੱਚ ਇਕੱਠਾ ਲਿਖਿਆ, ਪਰ ਇਸ ਦਾ ਅਰਥ ਵਿਦਵਾਨਾਂ ਨੇ ਕੀਤਾ ਹੈ ਓ ਨਮ ਅੱਖਰ। ਓ ਦਾ ਅਰਥ ਓੰਕਾਰ ਹੈ, ਮੰਗਲ ਸਰੂਪ ਪਰਮੇਸ਼ਰ। ਨਮ ਦਾ ਅਰਥ ਨਮਸਕਾਰ, ਜੋ ਪਰਮੇਸ਼ਰ ਨਮਸਕਾਰ ਕਰਨ ਦੇ ਯੋਗ ਹੈ। ਪਾਤਸ਼ਾਹ ਕਹਿੰਦੇ ਬੰਦਨਾ ਹਰ ਬੰਦਨਾ, ਕਹਿੰਦੇ ਬੰਦਨਾ ਨਮਸਕਾਰ ਉਹਨੂੰ ਕਰ ਜਿਹੜਾ ਹਰੀ ਬੰਦਨਾ ਕਰਨ ਦੇ ਯੋਗ ਹੈ। ਐਵੇਂ ਨਾ ਜਣੇ ਖਣੇ ਅੱਗੇ ਸੀਸ ਝੁਕਾਇਆ ਕਰ, ਉਸ ਮਾਲਕ ਅੱਗੇ ਨਮਸਕਾਰ ਕਰ ਜੋ ਨਮਸਕਾਰ ਕਰਨ ਦੇ ਯੋਗ ਹੈ। ਤਾਂ ਹੀ ਕਲਗੀਧਰ ਪਾਤਸ਼ਾਹ ਨੇ ਜਾਪ ਸਾਹਿਬ ਵਿੱਚ ਨਮਸਕਾਰਾਂ ਹੀ ਕੀਤੀਆਂ ਨੇ। ਨਮਸਤੰ ਅਕਾਲੇ, ਨਮਸਤੰ ਕਿਰਪਾਲੇ, ਨਮਸਤੰ ਅਰੂਪੇ, ਨਮਸਤੰ ਅਨੂਪੇ। ਇਹ ਪਰਮੇਸ਼ਰ ਦੇ ਨਾਮ ਨਾਲ ਮਹਾਰਾਜ ਦੱਸੀ ਜਾ ਰਹੇ, ਨਾਲ ਨਾਲ ਨਮਸਕਾਰਾਂ ਕਰੀ ਜਾ ਰਹੇ। ਇੱਕ ਵਾਰ ਥੋੜਾ, ਹਜ਼ਾਰਾਂ ਵਾਰ ਨਮਸਕਾਰਾਂ। ਮਹਾਰਾਜ ਕਹਿੰਦੇ ਬਾਣੀ ਹੀ ਨਿਤ ਸ਼ਾਮ ਕਰਕੇ ਆਖਿਆ ਸਿੱਖਾ, ਰੋਜ਼ਾਨਾ ਤੂੰ ਹਜ਼ਾਰਾਂ ਵਾਰ ਗੁਰੂ ਪਰਮੇਸ਼ਰ ਨੂੰ ਨਮਸਕਾਰ ਕਰਨੀ। ਉਸ ਮਾਲਕ ਦੇ ਅੱਗੇ ਨਮਸਕਾਰ ਕਰਨੀ ਜਿਸ ਠਾਕਰ ਸਿਓ ਨਾਹੀ ਚਾਰਾ ਤਾ ਕਉ ਕੀਜੈ ਸਾਧ ਨਮਸਕਾਰਾ। ਉਹਨੂੰ ਸਦਾ ਨਮਸਕਾਰ ਕਰਨੀ ਹੈ। ਸੋ ਨਮਸਕਾਰ ਕਰਨ ਯੋਗ ਉਹ ਜੋ ਵਾਹਿਗੁਰੂ ਹੈ, ਤੇ ਉਸ ਵਾਹਿਗੁਰੂ ਦਾ ਜੋ ਅੱਖਰ ਦਾ ਅਰਥ ਮੰਤਰ, ਉਪਦੇਸ਼, ਜਿਹੜਾ ਉਸ ਮਾਲਕ ਦਾ ਉਪਦੇਸ਼ ਹੈ। ਪੰਡਤ ਜੀ ਸੁਣੋ ਵਿਚਾਰ, ਉਸ ਉਪਦੇਸ਼ ਬਾਰੇ ਵਿਚਾਰ ਸੁਣਾ ਕਰੋ। ਓ ਨਮ ਅੱਖਰ ਤ੍ਰਿਭਵਨ ਸਾਰ। ਤੇ ਉਹ ਓੰਕਾਰ ਜੋ ਮੰਗਲ ਸਰੂਪ ਵਾਹਿਗੁਰੂ ਹੈ, ਨਮਸਕਾਰ ਕਰਨ ਯੋਗ ਹੈ। ਉਹਦਾ ਜੋ ਉਪਦੇਸ਼ ਹੈ ਨਾ, ਉਹ ਤਿੰਨਾਂ ਲੋਕਾਂ ਦੇ ਵਿੱਚ ਸ੍ਰੇਸ਼ਟ ਹੈ। ਸਾਰ ਦਾ ਅਰਥ ਸ੍ਰੇਸ਼ਟ। ਉਹਦਾ ਉਪਦੇਸ਼ ਤਿੰਨਾਂ ਲੋਕਾਂ ਵਿੱਚ ਮਿਲਿਆ ਜਾਂਦਾ। ਤਿੰਨਾਂ ਲੋਕਾਂ ਵਿੱਚ ਉਹਦੇ ਉਪਦੇਸ਼ ਨਾਲ ਜਿਹੜਾ ਜੁੜਿਆ ਉਹੀ ਤਰਿਆ ਹੈ। ਅਥਵਾ ਅੱਖਰ ਦਾ ਅਰਥ ਵਿਦਵਾਨਾਂ ਨੇ ਇੱਕ ਹੋਰ ਵੀ ਕੀਤਾ, ਜਿਵੇਂ ਗੁਰਬਾਣੀ ਵਿੱਚ ਇੱਕ ਪੰਕਤੀ ਆਉਂਦੀ ਹੈ, ਇਹ ਅੱਖਰ ਖਿਰ ਜਾਹੇਂਗੇ, ਉਹ ਇਹ ਅੱਖਰ ਇਨਮਹਿ ਹੈ। ਉੱਥੇ ਦੂਜਾ ਸ਼ਬਦ ਜਿਹੜਾ ਅੱਖਰ ਪੜ੍ਹਨਾ ਹੁੰਦਾ। ਕਈ ਗੁਰਮੁਖ ਦੋਨਾਂ ਨੂੰ ਅੱਖਰ ਪੜ੍ਹ ਜਾਂਦੇ ਆ। ਇੱਕ ਕਬੀਰ ਜੀ ਦੀ 52 ਅੱਖਰੀ ਹੈ, ਗੌੜੀ ਰਾਗ ਦੀ। ਇਹ ਅੱਖਰ ਖਿਰ ਜਾਹੇਂਗੇ, ਉਹ ਇਹ ਅੱਖਰ ਇਨਮਹਿ ਨਾਹੇ। ਕਹਿੰਦੇ ਦੁਨਿਆਵੀ ਅੱਖਰ ਤਾਂ ਖਤਮ ਹੋ ਸਕਦੇ, ਪਰ ਉਹ ਜਿਹੜਾ ਖਰਨ ਤੋਂ ਰਹਿਤ ਵਾਹਿਗੁਰੂ ਹੈ, ਉਹ ਇਹਨਾਂ ਦੀ ਅੱਖਰਾਂ ਦੀ ਪਕੜ ਵਿੱਚ ਨਹੀਂ। ਕਹਿੰਦੇ ਉਹ ਜਿਹੜਾ ਖਰਨ ਤੋਂ ਰਹਿਤ ਵਾਹਿਗੁਰੂ ਨਾ, ਉਹਦੇ ਬਾਰੇ ਵਿਚਾਰ ਸੁਣਨਾ ਕਰੋ। ਉਹ ਮਾਲਕ ਜਿਹੜਾ ਖਰਨ ਤੋਂ ਰਹਿਤ ਤਿੰਨਾਂ ਲੋਕਾਂ ਦੇ ਵਿੱਚ ਉਹਦਾ ਸਿਧਾਂਤ ਹੈ, ਉਹਦਾ ਹੁਕਮ ਹੈ, ਉਹ ਸ੍ਰੇਸ਼ਟ ਹੈ। ਉਹਦੇ ਨਾਲ ਜੁੜ ਕਰਕੇ ਹੀ ਪਾਰ ਉਤਾਰਾ ਹੁੰਦਾ ਹੈ। ਸੁਣ ਪਾਂਡੇ ਕਿਆ ਲਿਖੋ ਜੰਜਾਲਾ। ਤੇ ਬਾਦਸ਼ਾਹ ਕਹਿਣ ਲੱਗੇ ਪੰਡਤ ਜੀ ਸੁਣਨਾ ਕਰੋ, ਆ ਕੀ ਜੰਜਾਲਾਂ ਵਾਲੀ ਪੜ੍ਹਾਈ ਲਿਖੀ ਜਾਂਦੀ ਹੈ। ਆ ਕੀ ਲਿਖੀ ਜਾਂਦੇ ਹੋ? ਜਿਹੜੇ ਜੰਜਾਲਾਂ ਨੂੰ ਪੈਦਾ ਕਰਨ ਵਾਲੇ ਅੱਖਰ। ਲਿਖ ਰਾਮ ਨਾਮ ਗੁਰਮੁਖ ਗੋਪਾਲਾ। ਅਤੇ ਜੇ ਲਿਖਣਾ ਹੀ ਹੈ ਨਾ, ਤੇ ਉਸ ਰਾਮ ਰਮੇ ਹੋਏ ਰਾਮ ਵਾਹਿਗੁਰੂ ਦੇ ਨਾਮ ਨੂੰ ਲਿਖਣਾ ਕਰੋ। ਉਸ ਪਰਮੇਸ਼ਰ ਦੇ ਨਾਮ ਨੂੰ ਲਿਖੋ। ਗੁਰਮੁਖ ਗੋਪਾਲਾ, ਗੋ ਦਾ ਅਰਥ ਪ੍ਰਿਥਵੀ, ਪਾਲਾ ਦਾ ਅਰਥ ਪਾਲਣਹਾਰ। ਜੋ ਸ੍ਰਿਸ਼ਟੀ ਨੂੰ ਪਾਲਣਹਾਰ ਵਾਹਿਗੁਰੂ ਹੈ, ਉਸ ਵਾਹਿਗੁਰੂ ਦਾ ਸਰੂਪ ਜੋ ਸਤਿਗੁਰੂ ਨੇ ਸਤਿਗੁਰਾਂ ਦੇ ਕੋਲੋਂ ਉਪਦੇਸ਼ ਲੈ ਕਰਕੇ ਰਮੇ ਹੋਏ ਰਾਮ ਵਾਹਿਗੁਰੂ ਦੇ ਨਾਮ ਨੂੰ ਲਿਖਣਾ ਕਰੋ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਇਹ ਉਪਦੇਸ਼ ਬਚਪਨ ਵਿੱਚ ਵੀ ਦਿੱਤਾ ਸੀ। ਜਦੋਂ ਸਤਿਗੁਰੂ ਨਾਨਕ ਸਾਹਿਬ ਜੀ ਨੂੰ ਗੁਰੂ ਪਿਆਰ ਵਾਲਿਓ ਇੱਕ ਤਾਂ ਗੋਪਾਲ ਦਾਸ ਪਾਂਧੇ ਕੋਲ ਪੜ੍ਹਨ ਵਾਸਤੇ ਭੇਜਿਆ ਸੀ, ਇੱਕ ਬ੍ਰਿਜਨਾਥ ਪੰਡਤ ਕੋਲ, ਇੱਕ ਕੁਤਬਦੀਨ ਕਾਜੀ ਕੋਲ। 3 ਉਸਤਾਦਾਂ ਕੋਲ ਭੇਜਿਆ ਸੀ। ਤਿੰਨਾਂ ਨੂੰ ਗੁਰੂ ਨਾਨਕ ਸਾਹਿਬ ਨੇ ਪੜ੍ਹਾਇਆ ਹੈ, ਪੜ੍ਹੇ ਨਹੀਂ। ਜਦੋਂ ਗੋਪਾਲ ਦਾਸ ਪਾਂਧੇ ਕੋਲ ਗਏ ਨਾ, ਕਲਾਸ 'ਚ ਬੈਠੇ ਨੇ, ਤੇ ਜਦੋਂ ਅੱਖਰ ਲਿਖਣੇ ਸ਼ੁਰੂ ਕੀਤੇ, ਪੜ੍ਹਾਈ ਪ੍ਰਾਰੰਭ ਕੀਤੀ, ਤੇ ਮਹਾਰਾਜ ਕਹਿਣ ਲੱਗੇ ਇਹ ਜਿਹੜੀ ਪੜ੍ਹਾਈ ਪਾਂਧਾ ਜੀ ਪੜ੍ਹਾ ਰਹੇ ਹੋ, ਇਹ ਫਾਹੇ ਕੱਟਦੀ ਹੈ ਕਿ ਫਾਹੇ ਪਾਉਂਦੀ ਹੈ? ਪਾਂਧਾ ਬੜਾ ਆਰਾਮ ਹੋਇਆ, ਕਹਿਣ ਲੱਗਾ ਮਹਾਰਾਜ ਮੈਂ ਤੇ ਇਹਦੇ ਬਾਰੇ ਜਾਣਦਾ ਨਹੀਂ। ਮਹਾਰਾਜ ਕਹਿੰਦੇ ਅਸੀਂ ਨਹੀਂ ਪੜ੍ਹਦੇ ਇਹ ਪੜ੍ਹਾਈ ਜਿਹੜੀ ਫਾਹਿਆਂ ਵਿੱਚ ਪਾਉਣ ਵਾਲੀ, ਜੰਜਾਲਾਂ ਵਿੱਚ ਪਾਉਣ ਵਾਲੀ। ਸਾਨੂੰ ਤਾਂ ਉਹ ਪੜ੍ਹਾਈ ਪੜ੍ਹਾਓ ਜਿਹੜੀ ਜੰਜਾਲਾਂ ਨੂੰ ਕੱਟਦੀ ਹੈ, ਫਾਹਿਆਂ ਨੂੰ ਕੱਟਦੀ ਹੈ। ਪਾਂਧਾ ਖਿੱਚ ਕੇ ਕਹਿਣ ਲੱਗਾ ਮੈਨੂੰ ਤੇ ਆਉਂਦੀ ਨਹੀਂ, ਜੇ ਤੂੰ ਬਹੁਤਾ ਸਿਆਣਾ ਤੇ ਸੁਣਾ ਦੇ।
क्योंकि उदों अजे भावना नहीं सी ना बनी, उदों तो बच्चा ही समझदा सी। तां सतगुरु नानक साहब ने उस वेले 16 अंग ते शुद्ध उचारिया श्री राग विच। धन गुरु नानक साहब का अज भी शुद्ध दर्ज है 16 अंग ते श्री राग महला पहला शब्द उचारिया। जाल मोह घस मस कर मत कागद कर सार भाव कलम कर चित लेखारी गुर कुछ लिख विचार लिख नाम सालाह लिख लिख अंत न पारावार। बाबा एहो लेखा लिख जान जिथे लेखा मंगी है तिथे होए सच्चा निशान रहाओ। जिथे बचना लिख राम नाम गुरमुख को माला, उथे नहीं माला नहीं किया। मारे कहते पांदा जी जाल मोह मोह नूं साड़ घस मस कर घसा करके ओदी बना ला शाही। मत कागज कर सार अपनी मत नूं श्रेष्ठ कागज बना लै। भाव कलम प्रेम दी कलम बना। चित लिखारी अपने चित नूं लिखारी लाल। गुर पुछ लिख विचार गुरु नूं पुछ के लिख विचार के लिख। मारे की लिखा? मारे कहते रे लिख राम नाम, लिख राम नाम सालाह लिख लिख अंत न पारावार। परमेश्वर का नाम लिख, परमेश्वर की सिफत सलाह लिख लिख वाहिगुरु तेरा अंत नहीं पाया जा सकता। बाबा एहो लेखा लिख जान पांदा जी जे किते ए लेखा लिखना जान लो ना, किते ए लेखा लिख लो, नाम लिख लो, सिफत सलाह लिख लो अपनी मत दे विच। जिथे लेखा मंगी है, जिथे रब की दरगाह विच लेखा मंगिया जाना है, तिथे होए सच्चा निशान, उथे सच्चा निशाना परवाना ये राहदारी होगी। जे ये लिखिया होगा तो तुहानू कोई लेखा पूछने वाला नहीं होगा। दूजा शब्द सतगुरु जी ने अगे उचारिया है, उहदे विच कल्ले कल्ले अखर द्वारा भी बख्शिश की है। जदों बृजनाथ पंडित के कोल गए तां गुरु प्यार वालिओ उस वेले बृजनाथ पंडित ने अखर पढ़ाने प्रारंभ किए ते बादशाह कहने लगे इन्हां अखरां दा कोई मतलब है, अर्थ है? कहने लगा महाराज कल्ले कल्ले अखर का थोड़ा कोई मतलब होता, दो जुड़नगे फिर ही अर्थ होगा। कल्ले अखर का तो कोई मीनिंग नहीं। महाराज ने जेड़े अखर का मतलब भी कोई नहीं, वो असीं पढ़ के की लेना। कहने लगा महाराज तुहानू आउंदे कोई अखर जेड़े जिन्हां दा कल्ले कल्ले दा मीनिंग होवे, अर्थ होवे? महाराज कहते हाँ। उदों महाराज ने ऊड़े आड़े की 35 उचारण की पहली बार। आसा राग के अंदर 432 अंग ते धन गुरु नानक साहब की बाणी है। राग आसा महला पहला पट्टी लिखी। महाराज ने उसे पट्टी लिखी शुरू कर दिया, उदों फट्टी ते चलदी सी पढ़ाई। उत्थे पातशाह ने वो 35 अखर लिखे ने ते शुरुआत महाराज ने सस्से तो की है, क्योंकि संस्कृत के अखर अगे पिछे होंदे, उसे ढंग नाल महाराज ने उदों उचारण कीते। पातशाह ने वचन कीते ने सस्सा सोए श्रेष्ठ जिन साजी सबना साहिब एक भया। सेवक रहे जिनका लागा आया तिनका सफल भया। मन काहे भूले गुरु बना जब लेखा देवह वीरा ताऊ पढ़िया रहाओ। ईवड़ी आद पुरख है दाता आपे सच्चा सोई। इन्हां अखरा में जो गुरमुख बूझै तिस सिर लेख न होई। ऊड़ा उपमा ताकि कीजै जाका अंत न पाया। सेवा करे सही फल पावै जिन्नी सच कमाया। गंगा ज्ञान जे बूझै कोई पढ़िया पंडित सोई। सब जियां मैं एको जानता हूं मैं कह न कोई। कक्का केस पिंडर जब हुए बिन सा बूढ़े उजलिया। जब राजे के हेरु आए माया के संगल बांध लिया। अगे भी हो रखा समा नहीं। कल्ले कल्ले अखर द्वारा दसता सस्सा कहंदा है कि वो साहिब है बालक है जिन्हें सृष्टि साजी है। ईड़ी कहती वो दाता है जिहड़ा सारियां दे सिरां ते लेख लिखण वाला, पर उहदे सिर ते लेख कोई नहीं। ऊड़ा कहंदा ओदी उपमा कर जिहदा अंत नहीं पाया जा सकता। गंगा कहंदा है ओदा ज्ञान जिन्हें लिया है वो असल विच विद्वान, बाकी ते एवें तुरे फिरदे। हुण आम स्कूलां दे वेखी दा कहणगे गंगा खाली है। मैं कई बार सोचदा हुंदा कि गुरु नानक साहब दा ये दगा करदे सी गंगा खाली कह के। इसे गल्लों पंडित नूं बृजनाथ नूं महाराज ने उपदेश दिता भी जिन्हां अखरां दा अर्थ कोई नहीं, अखर नहीं पढ़दे, असीं गुरु नानक दे अखर ही खाली बना दित्ते भी इन्हां दा मतलब ही कोई नहीं। गंगा खाली, जंझां खाली, डाड़ा खाली, आपदे गुरु बना लए। सानूं अकल करनी चाहिए सी। अज साडे स्कूलां विच पढ़ाया जाता है, गुरमुख कित्थे चलेगी खेड। इसे गल्लों पंडित नूं महाराज ने वचन कहे सी कि जिन्हां अखरां दा मतलब कोई नहीं, वो नहीं पढ़ने, असीं गुरु नानक दे अखर भी खाली कर दित्ते। क्योंकि कहंदे गंगा खाली है।
ਗੁਰਬਾਣੀ ਵਿੱਚ ਤਾਂ ਖਾਲੀ ਨਹੀਂ, ਅਸੀਂ ਬਣਾ ਲਿਆ ਉਹ ਗੱਲ ਵੱਖਰੀ। ਮਹਾਰਾਜ ਕਹਿੰਦੇ ਗੰਗਾ ਗਿਆਨ ਦੇ ਬੂਝਿਆ ਕੋਈ, ਗੰਗਾ ਵੀ ਕਹਿੰਦਾ ਜਿਹਨੇ ਉਸਦੇ ਆਤਮਿਕ ਗਿਆਨ ਨੂੰ, ਅਗੰਮੀ ਗਿਆਨ ਨੂੰ ਸਮਝ ਲਿਆ, ਪੜ੍ਹਿਆ ਪੰਡਤ ਸੋਈ, ਉਹ ਅਸਲ ਪੰਡਤ ਹੈ, ਵਿਦਵਾਨ ਹੈ। ਨਾਣੇ ਦੁਆਰਾ ਵੀ ਉਪਦੇਸ਼ ਦਿੱਤਾ, ਜਿਨੇ ਦੁਆਰਾ ਵੀ ਉਪਦੇਸ਼ ਦਿੱਤਾ। ਇਸ ਕਰਕੇ ਪਾਤਸ਼ਾਹ ਨੇ ਕੱਲੇ ਕੱਲੇ ਅੱਖਰ ਦੁਆਰਾ ਵੀ ਬਖਸ਼ਿਸ਼ ਕੀਤੀ ਹੈ। ਮਹਾਰਾਜ ਕਹਿੰਦੇ ਪੰਡਤ ਜੀ ਆ ਕੀ ਪਵਾੜਿਆਂ ਦੀ ਪੜ੍ਹਾਈ ਲਿਖ ਰਹੇ ਹੋ, ਜੇ ਲਿਖਣਾ ਜੇ ਤੇ ਲਿਖੋ, ਲਿਖ ਰਾਮ ਨਾਮ ਗੁਰਮੁਖ ਗੋਪਾਲਾ, ਉਸ ਰਮੇ ਹੋਏ ਰਾਮ ਦੇ ਨਾਮ ਨੂੰ ਲਿਖਣਾ ਕਰੋ ਜਿਹੜਾ ਸਾਰਿਆਂ ਦੀ ਪਾਲਣਾ ਕਰਨ ਵਾਲਾ ਹੈ। ਰਹਾਉ ਵਿਸਰਾਮ ਦੇ ਕਰਕੇ ਸਤਿਗੁਰੂ ਜੀ ਕਿਰਪਾ ਕਰਦੇ ਹਨ। ਸੱਸੈ ਸਭ ਜਗ ਸਹਿਜ ਉਪਾਇਆ, ਤੀਨ ਭਵਨ ਇੱਕ ਜੋਤੀ। ਆਖਰੀ ਅਰਥ ਮੈਂ ਕਰਨੇ ਨੇ, 5 ਪੌੜੀਆਂ ਪੂਰੀਆਂ ਕਰ ਲਿਆ, 5 ਪੌੜੀਆਂ ਦੇ ਵਿੱਚ ਸਾਰਾ ਸਿਧਾਂਤ ਦੱਸਿਆ ਹੋਇਆ ਹੈ। ਬਹੁਤਾ ਸਮਾਂ ਨਹੀਂ ਲਵਾਂਗਾ, 5 ਮਿੰਟ ਲੈਣੇ ਆਪ ਜੀ ਦੀ ਸਮਾਪਤੀ ਕਰ ਦੇਣੀ। ਕਿਉਂਕਿ ਜਿਹੜੇ 3 ਸ਼ਬਦ ਫੱਟੀ ਤੇ ਲਿਖੇ ਸੀ ਨਾ, ਓਮ ਨਮਹਿ ਸੀਤਲ, ਉਹ ਤਿੰਨਾਂ ਦੇ ਅਰਥ ਹੀ ਅਜੇ ਹੋਣੇ ਆ, ਬਾਕੀ ਨਹੀਂ। ਬਾਕੀ ਜੇ ਅੱਗੇ ਹੋਰ ਬਾਣੀ ਚੱਲੂਗੀ ਤੇ ਪਹਿਲੇ 3 ਜਿਹੜੇ ਫੱਟੀ ਤੇ ਲਿਖੇ ਸੀ ਨਾ ਪਾਂਦੇ ਨੇ, ਉਸ ਪੰਡਤ ਨੇ ਉਹਦਾ ਹੀ ਉੱਤਰ ਦੇ ਰਿਹਾ ਮਹਾਰਾਜ, ਉਹੀ ਸਮਝਾ ਰਹੇ ਆ। ਓਮ ਦੇ ਵੀ ਹੋ ਗਏ, ਨਮ ਦੇ ਵੀ ਅਰਥ ਹੋ ਗਏ। ਰਹਾਉ ਇਹ ਕੇਂਦਰੀ ਭਾਵ ਵਾਲੀ ਪੰਕਤੀ ਹੈ। ਸਾਰੀ ਬਾਣੀ ਵਿੱਚ ਇਹ ਵਾਰ-ਵਾਰ ਇਹਨੂੰ ਆਪਾਂ ਵਾਚ ਸਕਦੇ ਹਾਂ। ਪੰਡਤ ਨੂੰ ਸੰਬੋਧਨ ਕਰਕੇ ਮਹਾਰਾਜ ਜੀ ਉਚਾਰ ਰਹੇ। ਹੁਣ ਸੀਤਮ ਦਾ ਇੱਕ ਅੱਖਰ ਹੈ ਸੱਸਾ। ਇਸੇ ਤਰ੍ਹਾਂ ਇਹਦੇ ਵਿੱਚ ਮਹਾਰਾਜ ਨੇ ਸੱਸੇ ਦੁਆਰਾ ਬਖਸ਼ਿਸ਼ ਕੀਤੀ। ਮਹਾਰਾਜ ਨੇ ਸੱਸਾ ਸਭ ਜਗ ਸਹਿਜ ਉਪਾਇਆ, ਤੀਨ ਭਵਨ ਇੱਕ ਜੋਤੀ। ਇਹ ਸੱਸਾ ਅੱਖਰ ਇਹ ਸਿੱਖਿਆ ਦਿੰਦਾ ਹੈ ਕਿ ਜਿਸ ਵਾਹਿਗੁਰੂ ਨੇ ਸਾਰਾ ਜਗ ਸਹਿਜ ਦਰ ਸੁਤੇ ਸੁਤ ਪੈਦਾ ਕੀਤਾ, ਉਹਨੂੰ ਕੋਈ ਯਤਨ ਕਰਨ ਦੀ ਲੋੜ ਨਹੀਂ ਪਈ ਜੋ 6 ਦਿਨ ਲੱਗਾ ਰਿਹਾ ਸੀ ਵੀ ਤਾਂ ਬਣਿਆ। ਨਹੀਂ, ਮਹਾਰਾਜ ਕਹਿੰਦੇ ਸਹਿਜੇ ਹੀ ਇੱਕ ਬਦਲ ਕਹਿਣਗੇ ਉਹਨੇ ਇਹ ਸਾਰਾ ਜਗਤ ਪੈਦਾ ਕਰ ਦਿੱਤਾ, 3 ਭਵਨ ਪੈਦਾ ਕਰ ਦਿੱਤੇ, ਪਰ ਇੱਕ ਜੋਤੀ, ਪਰ ਜੋਤੀ ਸਰੂਪ ਇੱਕ ਵਾਹਿਗੁਰੂ ਤਿੰਨਾਂ ਭਵਨਾਂ ਦੀ ਹੈ, ਸਾਰਿਆਂ ਥਾਵਾਂ ਤੇ ਵਸਦਾ ਵੀ ਹੈ, ਜਿਹਨੇ ਪੈਦਾ ਕੀਤਾ ਹੈ। ਗੁਰਮੁਖ ਵਸਤ ਪ੍ਰਾਪਤ ਹੋਵੇ, ਚੁਣ ਲੈ ਮਾਨਕ ਮੋਤੀ। ਗੁਰੂ ਦੇ ਮੁਖ ਤੋਂ ਉਪਦੇਸ਼ ਨੂੰ ਸੁਣ ਕਰਕੇ ਜਿਹੜਾ ਗੁਰਸਿੱਖ, ਜਿਹੜਾ ਪਿਆਰਾ ਨਾਮ ਰੂਪੀ ਰਤਨ ਨੂੰ, ਵੈਰਾਗ ਰੂਪੀ ਲਾਲ ਨੂੰ, ਅਸਵਾ ਸ਼ਰਵਣ ਮੰਨਣ ਅਧਿਆਸਨ ਰੂਪੀ ਮਾਨਕ ਨੂੰ, ਸੁਚਤਾ ਰੂਪੀ ਮੋਤੀ ਆਦਿ ਸ਼ੁਭ ਗੁਣਾਂ ਨੂੰ ਚੁਣ ਲੈਂਦਾ ਹੈ, ਭਾਵ ਧਾਰਨ ਕਰ ਲੈਂਦਾ ਹੈ, ਵਸਤ ਪ੍ਰਾਪਤ ਹੋਵੇ, ਉਸ ਨੂੰ ਹੀ ਆਤਮਿਕ ਵਸਤੂ, ਪਰਮੇਸ਼ਰ ਰੂਪੀ ਵਸਤੂ ਦੀ ਪ੍ਰਾਪਤੀ ਹੁੰਦੀ ਹੈ। ਸਮਝੈ ਸੂਝੈ ਪੜ ਪੜ ਬੁਝੈ, ਅੰਤ ਨਿਰੰਤਰ ਸਾਚਾ। ਅਤੇ ਜਿਹੜਾ ਪੜ ਪੜ ਕਰਕੇ ਗ੍ਰੰਥਾਂ ਨੂੰ ਬੁੱਝ ਲੈਂਦਾ ਹੈ, ਸਮਝ ਲੈਂਦਾ ਹੈ, ਉਹਨੂੰ ਸੂਝ ਆ ਜਾਂਦੀ। ਕੀ ਸੂਝੀ ਆਉਂਦੀ ਹੈ? ਕਹਿੰਦੇ ਅੰਤ ਨਿਰੰਤਰ ਸਾਚਾ, ਸਾਡੇ ਅੰਦਰ ਇੱਕ ਰਸ ਉਹ ਸੱਚਾ ਵਾਹਿਗੁਰੂ ਵਸਦਾ ਹੈ, ਹਰ ਥਾਂ ਤੇ ਉਹ ਵਾਹਿਗੁਰੂ ਹੈ। ਗੁਰਮੁਖ ਦੇਖੈ ਸਾਚ ਸਮਾਲੇ, ਬਿਨ ਸਾਚੇ ਜਗ ਕਾਚਾ। ਅਤੇ ਗੁਰੂ ਦੇ ਮੁਖ ਤੋਂ ਉਪਦੇਸ਼ ਨੂੰ ਸੁਣ ਕਰਕੇ ਜਿਹੜੇ ਸੱਚ ਨੂੰ ਸੰਭਾਲਦੇ ਨੇ, ਭਾਵ ਸੱਚ ਵਾਹਿਗੁਰੂ ਨਾਲ ਜੁੜਦੇ ਨੇ, ਉਸ ਮਾਲਕ ਦੀ ਬੰਦਗੀ ਕਰਦੇ ਨੇ, ਦੇਖੈ ਉਹ ਆਪਣੇ ਸਵੈ ਸਰੂਪ ਨੂੰ ਦੇਖਦੇ ਨੇ, ਅਥਵਾ ਆਪਣੇ ਅੰਦਰ ਹੀ ਪਰਮੇਸ਼ਰ ਦੇ ਦਰਸ਼ਨ ਕਰ ਲੈਂਦੇ ਨੇ, ਅਤੇ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਬਿਨ ਸਾਚੇ ਜਗ ਕਾਚਾ। ਕਹਿੰਦੇ ਉਸ ਮਾਲਕ ਵਾਹਿਗੁਰੂ ਤੋਂ ਬਿਨਾਂ ਸਭ ਕੁਝ ਕੱਚਾ ਹੀ ਹੈ, ਉਹ ਹੀ ਸੱਚਾ ਹੈ। ਉਹਦੇ ਤੋਂ ਬਿਨਾਂ ਜਗਤ ਜਿਹੜਾ ਹੈ, ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ। ਇਹ ਆਖਰੀ ਪੰਕਤੀ ਕਹਿ ਦਿੱਤਾ ਨਾ ਮਹਾਰਾਜ ਨੇ, ਕਿਸ ਨਾਲ ਕੀਤਾ ਦੋਸਤੀ ਸਭ ਜਗ ਚੱਲਣਹਾਰ। ਇਹ ਤੇ ਸਾਰਾ ਚੱਲਣਹਾਰ ਕੱਚਾ ਹੈ। ਤਦੇ ਧਰਮ ਧਰੇ ਧਰਮਾਪੁਰ, ਗੁਣਕਾਰੀ ਮਨ ਧੀਰਾ। ਤੇ ਅੱਗੇ ਸੀਤਮ ਦਾ ਦੂਜਾ ਅੱਖਰ ਹੈ ਧੱਦਾ। ਮਹਾਰਾਜ ਕਹਿੰਦੇ ਸੱਸਾ ਤਾਂ ਇਹ ਸਿੱਖਿਆ ਦਿੰਦਾ ਹੈ ਤੇ ਧੱਦਾ ਇਹ ਸਿੱਖਿਆ ਦਿੰਦਾ ਹੈ ਕਿ ਧੱਦਾ ਧਰਮ ਧਰੇ ਧਰਮਾਪੁਰ। ਉਹ ਜਿਹੜਾ ਸਾਰੇ ਧਰਮਾਂ ਵਿੱਚ ਪੂਰਨ ਵਾਹਿਗੁਰੂ ਹੈ ਨਾ, ਉਸ ਮਾਲਕ ਦੇ ਧਰਮ ਨੂੰ ਜਿਹੜਾ ਧਾਰਨ ਕਰੇ, ਧੱਦਾ ਕਰੇ ਕਹਿੰਦਾ ਹੈ। ਗੁਣਕਾਰੀ ਮਨ ਧੀਰਾ, ਉਹ ਗੁਣਾ ਵਾਲਾ ਬਣ ਜਾਂਦਾ ਹੈ, ਉਹਦਾ ਮਨ ਧੀਰਧਾਰੀ ਹੋ ਜਾਂਦਾ ਹੈ। ਅਥਵਾ ਉਹ ਜਿਹੜਾ ਸਾਰੇ ਧਰਮਾਂ 'ਚ ਪੂਰਨ ਹੈ, ਉਸ ਮਾਲਕ ਦੇ ਧਰਮ ਨੂੰ ਜਿਹੜਾ ਧਾਰਨ ਕਰਦਾ, ਤੇ ਗੁਣਕਾਰੀ ਉਹਦੇ ਗੁਣਾਂ ਨੂੰ ਜਿਹੜਾ ਧਾਰਨ ਕਰਦਾ। ਕਾਰੀ ਨਾਮ ਦਵਾਈ ਦਾ ਹੁੰਦਾ ਹੈ, ਉਹਦੇ ਗੁਣ ਐਸੀ ਦਵਾਈ ਹੈ ਜਿਹੜੇ ਵਿਕਾਰਾਂ ਰੂਪੀ ਜ਼ਹਿਰ ਨੂੰ ਕੱਟਣ ਵਾਲੀ ਹੈ ਦਵਾਈ।
ਮਨ ਨੂੰ ਟਿਕਾ ਦੇਣ ਵਾਲੀ ਉਹ ਦਵਾਈ ਹੈ, ਨਾਮ ਹੈ ਪਰਮੇਸ਼ਰ ਦਾ। ਧੱਤੈ ਧੂਲ ਪੜੈ ਮੁਖ ਮਸਤਕ, ਕੰਚਨ ਭਏ ਮਨੂਰਾ। ਮਾਰੇ ਕਹਿੰਦੇ ਧੱਦਾ ਅੱਖਰ ਇਹ ਸਿੱਖਿਆ ਦਿੰਦਾ ਹੈ ਕਿ ਪਰਮੇਸ਼ਰ ਦੇ ਸਰੂਪ, ਸਤਿਗੁਰਾਂ ਦੇ ਚਰਨਾਂ ਦੀ ਧੂੜੀ, ਗੁਰਮੁਖਾਂ ਦੀ ਧੂੜੀ ਕਿਤੇ ਮੱਥੇ ਦੇ ਉੱਪਰ, ਮੁਖ ਦੇ ਉੱਪਰ ਪੈ ਜਾਵੇ ਨਾ, ਤੇ ਕੰਚਨ ਭਏ ਮਨੂਰਾ, ਜਿਹੜੇ ਗਲੇ ਸੜੇ ਲੋਹੇ ਵਰਗੇ ਵਿਗੜੇ ਹੋਏ ਭੈੜੇ ਜੀਵਨ ਵਾਲੇ ਲੋਕ ਨੇ, ਉਹ ਵੀ ਮਨੂਰਾ ਤੋਂ ਭਾਵ ਗਲਿਆ ਸੜਿਆ ਲੋਹਾ, ਕੰਚਨ ਦਾ ਅਰਥ ਸੋਨਾ, ਸੋਨੇ ਵਰਗੇ ਉਹ ਸ਼ੁੱਧ ਹੋ ਜਾਂਦੇ ਨੇ, ਪਵਿੱਤਰ ਹੋ ਜਾਂਦੇ ਹਨ। ਧਨ ਧਰਨੀ ਤਰ ਆਪ ਅਜੋਨੀ, ਤੋਲ ਬੋਲ ਸੱਚ ਪੂਰਾ। ਉਹ ਘਣਤਾ ਦੇ ਯੋਗ ਵਾਹਿਗੁਰੂ ਹੈ, ਧਰਨੀ ਘਰ ਧਰਤੀ ਨੂੰ ਆਸਰਾ ਦੇਣ ਵਾਲਾ, ਆਪ ਉਹ ਜੂਨੀਆਂ ਤੋਂ ਰਹਿਤ ਅਜੂਨੀ ਹੈ। ਤੋਲ ਉਹਦੀ ਵਿਚਾਰ ਵੀ ਪੂਰੀ ਹੈ, ਬੋਲ ਉਹਦਾ ਬੋਲ ਵੀ ਪੂਰਾ ਹੈ। ਜੋ ਵਿਚਾਰਦਾ ਹੈ ਉਹਦੇ ਵਿੱਚ ਘਾਟ ਕੋਈ ਨਹੀਂ, ਜੋ ਬੋਲਦਾ ਹੈ ਉਹਦੇ ਵਿੱਚ ਵੀ ਕੋਈ ਘਾਟ ਨਹੀਂ। ਅਥਵਾ ਜਿਹੜਾ ਉਹਦੇ ਨਾਲ ਜੁੜ ਜਾਂਦਾ ਉਹ ਵੀ ਤੋਲ ਬੋਲ ਵਿੱਚ ਪੂਰਾ ਹੋ ਜਾਂਦਾ ਹੈ। ਫਿਰ ਉਹ ਜੋ ਕੁਝ ਬੋਲੇਗਾ ਵਿਚਾਰ ਕੇ ਬੋਲੇਗਾ, ਤੇ ਜੋ ਬੋਲੇਗਾ ਉਸ ਤੇ ਪਹਿਰਾ ਵੀ ਦੇਵੇਗਾ, ਪੂਰਾ ਉਤਰੇਗਾ, ਕਦੀ ਡੋਲੇਗਾ ਨਹੀਂ। ਕਰਤੇ ਕੀ ਮਿਤ ਕਰਤਾ ਜਾਣੈ, ਕਹਿ ਜਾਣੈ ਗੁਰ ਸੂਰਾ। ਉਸ ਕਰਤੇ ਵਾਹਿਗੁਰੂ ਦੀ ਮਿਤ ਮਰਿਆਦਾ ਨੂੰ ਵਾਹਿਗੁਰੂ ਜਾਣਦਾ ਹੈ, ਤੇ ਜਾਂ ਫਿਰ ਗੁਰੂ ਸੂਰਮਾ ਜਾਣਦਾ ਹੈ। ਇੱਥੇ ਆਪਾਂ ਇਤਿਹਾਸ ਵੀ ਪੜ੍ਹਦੇ ਹਾਂ। ਇੱਕ ਮਿੰਟ ਲੈ ਲਵਾਂ। ਕਲਗੀਧਰ ਪਾਤਸ਼ਾਹ ਦੇ ਵੇਲੇ ਹੋਲੇ ਮਹੱਲੇ ਦਾ ਦਿਹਾੜਾ ਮਨਾਇਆ ਜਾਂਦਾ ਸੀ। ਫੱਗਣ ਦੇ ਮਹੀਨੇ ਵਿੱਚ ਸੰਗਤਾਂ ਆਉਣੀਆਂ ਸ਼ੁਰੂ ਹੋ ਗਈਆਂ, ਤੰਬੂ ਲੱਗ ਗਏ ਅਨੰਦਪੁਰ ਸਾਹਿਬ ਦੀ ਧਰਤੀ ਤੇ। ਗੁਰਸਿੱਖ ਬਾਣੀ ਪੜ੍ਹਦੇ ਨੇ ਅੰਮ੍ਰਿਤ ਵੇਲੇ, ਨੇੜੇ ਹੀ ਤੰਬੂ ਲੱਗਾ ਹੋਇਆ ਸੀ। ਉੱਠ ਕੇ ਅੰਮ੍ਰਿਤ ਵੇਲੇ ਸਿੱਖ ਨੇ ਇਸ਼ਨਾਨ ਕੀਤਾ ਤੇ ਬਾਣੀ ਪੜ੍ਹ ਰਿਹਾ ਸੀ। ਜਿੱਥੇ ਸਿੱਖ ਪੰਜ ਬਾਣੀਆਂ ਦਾ ਨਿਤਨੇਮ ਕਰਦੇ ਸੀ, ਉੱਥੇ ਸੁਖਮਨੀ ਸਾਹਿਬ, ਆਸਾ ਦੀ ਵਾਰ, ਦਖਣੀ ਓਂਕਾਰ, ਸਿੱਧ ਗੋਟ, 52 ਅੱਖਰੀ ਤੇ ਹੋਰ ਕਈ ਬਾਣੀਆਂ ਦਾ ਜਾਪ ਕਰਦੇ ਸਨ। ਦਖਣੀ ਓਂਕਾਰ ਦਾ ਪਾਠ ਕਰ ਰਿਹਾ ਸੀ ਸਿੱਖ, ਇਹੋ ਪੰਕਤੀ ਪੜ੍ਹ ਰਿਹਾ ਸੀ ਪਰ ਗਲਤ ਪੜ੍ਹ ਰਿਹਾ ਸੀ। ਕਰਤੇ ਕੀ ਮਿਤ ਕਰਤਾ ਜਾਣੈ, ਕਹਿ ਜਾਣੈ ਗੁਰ ਸੂਰਾ। ਕਹਿ ਦੀ ਥਾਂ ਤੇ ਕੀ ਜਾਣੈ ਕਹਿ ਰਿਹਾ ਸੀ। ਮਹਾਰਾਜ ਨੇ ਸਿੱਖ ਨੂੰ ਕਹਿ ਕੇ ਭੇਜਿਆ ਕਿ ਜਾਓ ਉਸ ਨੂੰ ਕਹੋ ਬਾਣੀ ਸ਼ੁੱਧ ਪੜ੍ਹ। ਉੱਚੀ ਆਵਾਜ਼ ਵਿੱਚ ਸਤਿਗੁਰਾਂ ਨੇ ਬੋਲ ਮਾਰਿਆ ਕਿ ਸਿਖਾ ਸੰਭਲ ਕੇ ਪੜ੍ਹ। ਪਰ ਸਿੱਖ ਨੇ ਧਿਆਨ ਨਾ ਦਿੱਤਾ, ਫਿਰ ਉਸੇ ਤਰ੍ਹਾਂ ਪੜ੍ਹੀ ਗਿਆ। ਮਹਾਰਾਜ ਨੇ ਇੱਕ ਸਿੱਖ ਨੂੰ ਭੇਜਿਆ ਕਿ ਜਾਓ ਸਮਝਾ ਕੇ ਆਓ। ਸਮਝਾਉਣ ਗਿਆ ਸਿੱਖ, ਉਹਨੇ ਦੋ ਚਪੇੜਾਂ ਜੜ ਦਿੱਤੀਆਂ। ਹੁਣ ਗੁੱਸਾ ਤੇ ਲੱਗਣਾ ਹੀ, ਬਾਣੀ ਪੜ੍ਹਨ ਵਾਲੇ ਦੇ ਕੁਝ ਚਪੇੜਾਂ ਮਾਰੇ। ਸਮਾਪਤੀ ਹੋਈ ਤੇ ਸੰਗਤ ਵਿੱਚ ਹੀ ਪੱਲਾ ਪਾ ਕੇ ਗੱਲ ਕਹਿਣ ਲੱਗਾ, ਮਹਾਰਾਜ ਤੁਸੀਂ ਕਹਿੰਦੇ ਬਾਣੀ ਪੜ੍ਹਨ ਨਾਲ ਜਮਾਂ ਦੀ ਬਾਹਰ ਨਹੀਂ ਪੈਂਦੀ, ਤੇ ਮੈਨੂੰ ਸਿੱਖ ਨੇ ਚਪੇੜਾਂ ਮਾਰ ਦਿੱਤੀਆਂ। ਮਹਾਰਾਜ ਕਹਿਣ ਲੱਗੇ, ਸਿੱਖਾ ਤੇਰੇ ਚਪੇੜਾਂ ਵੱਜੀਆਂ ਤੇ ਤੇਰੀ ਨਰਾਦਰੀ ਹੋ ਗਈ, ਤੈਨੂੰ ਦਰਦ ਹੋਇਆ, ਸਾਡੇ ਅੰਗ ਹੀ ਤੋੜੀ ਜਾ ਰਿਹਾ, ਸਾਨੂੰ ਕੋਈ ਦਰਦ ਨਹੀਂ ਹੁੰਦਾ। ਸਾਡੇ ਨਾਲ ਇਹਨਾਂ ਧੱਕਾ ਕਰੀ ਜਾ ਰਿਹਾ। ਚਰਨੀ ਟੈਕ ਗਿਆ, ਮਹਾਰਾਜ ਮੈਂ ਤੇ ਆਪ ਜੀ ਦਾ ਨਿਮਾਣਾ ਜਿਹਾ ਸਿੱਖ, ਮੈਂ ਤੁਹਾਡੇ ਅੰਗ ਕਿਵੇਂ ਤੋੜ ਸਕਦਾ ਹਾਂ। ਮਹਾਰਾਜ ਕਹਿਣ ਲੱਗੇ, ਤੂੰ ਬਾਣੀ ਗਲਤ ਪੜ੍ਹ ਰਿਹਾ। ਇਹ ਬਾਣੀ ਜਿਹੜੀ ਹੈ ਸਾਡਾ ਸਰੂਪ ਹੈ। ਬਾਣੀ ਗੁਰੂ ਹੈ। ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਇਹ ਸਾਡਾ ਹੀ ਸਰੂਪ ਨੇ। ਹੁਣ ਜਿਵੇਂ ਤੂੰ ਪੜ੍ਹ ਰਿਹਾ ਉਵੇਂ ਅਰਥ ਗਲਤ ਹੋ ਜਾਣਾ। ਅਸਲ ਪੰਕਤੀ ਹੈ, ਕਰਤੇ ਕੀ ਮਿਤ ਕਰਤਾ ਜਾਣੈ, ਕਹਿ ਜਾਣੈ ਗੁਰ ਸੂਰਾ। ਕਰਤੇ ਦੀ ਮਿਤ ਮਰਿਆਦਾ ਨੂੰ ਵਾਹਿਗੁਰੂ ਜਾਣਦਾ ਹੈ, ਤੇ ਜਾਂ ਵਾਹਿਗੁਰੂ ਦਾ ਸਰੂਪ ਸਤਿਗੁਰੂ ਜਾਣਦੇ ਨੇ, ਗੁਰੂ ਸੂਰਮਾ ਜਾਣਦਾ। ਬਾਰੇ ਕਹਿੰਦੇ ਜਿਵੇਂ ਤੂੰ ਪੜ੍ਹਦਾ ਉਵੇਂ ਅਰਥ ਬਣਦਾ। ਕਰਤੇ ਕੀ ਮਿਤ ਕਰਤਾ ਜਾਣੈ, ਕਰਤੇ ਦੀ ਮਰਿਆਦਾ ਨੂੰ ਕਰਤਾ ਜਾਣਦਾ ਹੈ। ਕੀ ਜਾਣੈ ਗੁਰ ਸੂਰਾ, ਗੁਰੂ ਕੀ ਜਾਣਦਾ, ਗੁਰੂ ਸੂਰਮਾ ਕੀ ਜਾਣਦਾ। ਕਹਿੰਦੇ ਜੇ ਗੁਰੂ ਸੂਰਮਾ ਜਾਣਦਾ ਹੀ ਕੁਝ ਨਹੀਂ, ਤੇ ਗੁਰੂ ਨਾਲ ਜੁੜਨ ਦਾ ਕੀ ਲਾਭ ਹੈ। ਤੂੰ ਤੇ ਅਨਰਥ ਕਰ ਦਿੱਤਾ ਹੈ। ਸਾਰੀਆਂ ਸੰਗਤਾਂ ਨੇ ਬੇਨਤੀ ਕੀਤੀ, ਮਹਾਰਾਜ ਅਸੀਂ ਫਿਰ ਸਾਰੇ ਹੀ ਗਲਤ ਪੜ੍ਹਦੇ ਹੋਵਾਂਗੇ, ਇਸ ਤਰ੍ਹਾਂ ਤੇ ਬੜਾ ਅਨਰਥ ਹੋ ਜਾਂਦਾ। ਮਹਾਰਾਜ ਕਿਰਪਾ ਕਰੋ, ਤੁਸੀਂ ਸਾਨੂੰ ਆਪ ਪੜ੍ਹਾਓ। ਭਾਈ ਦਇਆ ਸਿੰਘ ਨੇ ਬੇਨਤੀ ਕੀਤੀ, ਮਹਾਰਾਜ ਅਸੀਂ ਵੀ ਗਲਤ ਪੜ੍ਹਦੇ ਹੋਵਾਂਗੇ, ਤੁਸੀਂ ਕਿਰਪਾ ਕਰੋ। ਮਹਾਰਾਜ ਕਹਿੰਦੇ ਹੁਣ ਤਾਂ ਘੇਰਾ ਪਿਆ ਹੋਇਆ, ਹੁਣ ਤਾਂ ਜੰਗ ਯੁੱਧ ਚੱਲ ਰਹੇ, ਹੁਣ ਨਹੀਂ ਸਮਾਂ, ਜੰਗਾਂ ਯੁੱਧਾਂ ਤੋਂ ਵਿਹਲੇ ਹੋ ਕਰਕੇ ਇਹ ਬਖਸ਼ਿਸ਼ ਕਰਾਂਗੇ। ਫਿਰ ਜਦੋਂ ਮਹਾਰਾਜ ਜੰਗਾਂ ਯੁੱਧਾਂ ਤੋਂ ਵਿਹਲੇ ਹੋਏ, ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ ਮਹਾਰਾਜ ਭਾਈ ਮਣੀ ਸਿੰਘ ਲਿਖਾਰੀ ਲਾ ਕਰਕੇ ਇੱਕ ਓੰਕਾਰ ਤੋਂ ਲੈ ਕਰਕੇ 18-10-20 ਤੱਕ ਸੰਪੂਰਨ ਗੁਰਬਾਣੀ ਜ਼ਬਾਨੀ ਲਿਖਵਾਈ। ਭਾਈ ਮਣੀ ਸਿੰਘ ਜੀ ਲਿਖਣ ਦੇ ਲੱਗੇ, ਬਾਬਾ ਦੀਪ ਸਿੰਘ ਜੀ ਕਲਮਾਂ ਕੱਢ ਕੇ ਦਿੰਦੇ, ਕਾਗਜ਼ ਤਿਆਰ ਕਰਦੇ, ਸ਼ਾਹੀ ਤਿਆਰ ਕਰਦੇ ਨੇ। ਸੋ ਜਿੰਨੀ ਬਾਣੀ ਸਵੇਰੇ ਲਿਖਾਉਣੀ, ਉਨੀ ਬਾਣੀ ਦੇ ਸ਼ਾਮ ਦੇ ਦੀਵਾਨਾਂ ਵਿੱਚ ਅਰਥ ਕੀਤੇ ਜਾਂਦੇ ਸਨ। 48 ਸਿੰਘ ਦੇ ਮੁਕਤ ਹੋ ਗਏ ਸੀ ਉਸ ਵੇਲੇ।
ਸੋ ਗੁਰੂ ਪਿਆਰ ਵਾਲਿਓ, ਉਸ ਵੇਲੇ ਬਾਬਾ ਦੀਪ ਸਿੰਘ ਜੀ ਤੇ ਭਾਈ ਮਣੀ ਸਿੰਘ ਜੀ ਮਹਾਰਾਜ ਨੇ ਆਪ ਰੱਖਿਆ ਸੀ। ਮਹਾਰਾਜ ਕਹਿੰਦੇ ਤੁਸੀਂ ਨਹੀਂ ਜਾਣਾ। ਆਖਿਆ ਮਹਾਰਾਜ ਬੜਾ ਆਨੰਦ ਬਣਿਆ, ਛੱਡੋ ਖਹਿੜਾ ਇਸ ਸੰਸਾਰ ਵਿੱਚ, ਤਾਂ ਬੇਵੈਰੀ ਖਾਈ ਨਹੀਂ ਰਹਿਣ ਨੂੰ ਚਿੱਤ ਕਰਦਾ। ਆਨੰਦ ਬਣਿਆ, ਡਰ ਲੱਗਦਾ ਕਿ ਇਸ ਆਨੰਦ ਵਿੱਚੋਂ ਦੂਰ ਨਾ ਹੋ ਜਾਈਏ। ਮਹਾਰਾਜ ਕਹਿੰਦੇ ਭਾਈ ਮਣੀ ਸਿੰਘ ਪੁੱਤਰਾ, ਤੇਰਾ ਭਾਵੇਂ ਬੰਦ ਕੱਟਿਆ ਜਾਵੇ ਪਰ ਤੇਰਾ ਆਨੰਦ ਨਹੀਂ ਕੋਈ ਤੋੜ ਸਕਦਾ। ਬਾਬੇ ਦੀਪ ਸਿੰਘ ਨੂੰ ਬਚਨ ਕਿਹਾ ਸੀ, ਤੇਰਾ ਭਾਵੇਂ ਸੀਸ ਵੀ ਲੱਥ ਜਾਵੇ, ਤੇਰਾ ਆਨੰਦ ਨਹੀਂ ਕੋਈ ਰੋਕ ਸਕਦਾ, ਰਹਿਣਾ ਤੁਸੀਂ ਇੱਥੇ ਹੀ ਹੈ। ਉਦੋਂ ਫਿਰ ਗੁਰੂ ਪਿਆਰ ਵਾਲਿਓ 9 ਮਹੀਨੇ 9 ਦਿਨ 9 ਘੜੀਆਂ 9 ਪਲ ਲੱਗੇ ਸੰਪੂਰਨ ਗੁਰਬਾਣੀ ਦੀ ਲਿਖਤ ਕਰਦੇ ਆ ਅਤੇ ਅਰਥ ਕਰਦੇ ਆ। ਫਿਰ ਭਾਈ ਮਣੀ ਸਿੰਘ ਤੇ ਬਾਬਾ ਦੀਪ ਸਿੰਘ ਤੋਂ 2 ਟਕਸਾਲਾਂ ਜਿਹੜੀਆਂ ਉਹ ਚੱਲੀਆਂ ਸਨ। ਇੱਕ ਦਮਦਮਾ ਸਾਹਿਬ ਵਾਲੀ, ਇਸ ਨੂੰ ਦਮਦਮੀ ਟਕਸਾਲ ਕਿਹਾ ਜਾਂਦਾ ਹੈ। ਦੂਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੀ ਟਕਸਾਲ, ਜਿਹਦੇ ਵਿੱਚ ਡਾਕਟਰ ਭਾਈ ਵੀਰ ਸਿੰਘ ਵਰਗੇ ਵਿਦਵਾਨ ਪੈਦਾ ਹੋਏ ਨੇ। ਸੰਤ ਕਿਰਪਾਲ ਸਿੰਘ ਜੀ, ਸੰਤ ਅਮੀਰ ਸਿੰਘ ਜੀ, ਜਿਨ੍ਹਾਂ ਨੇ ਅਮੀਰ ਪੜ੍ਹਾ ਲਿਖਿਆ। ਸੰਤ ਕਿਰਪਾਲ ਸਿੰਘ ਜੀ ਨੇ ਸਾਰਾ ਟੀਕਾ, ਪਹਿਲਾ ਟੀਕਾ ਲਿਖਿਆ। ਸੋ ਉਥੋਂ ਇਹ ਟਕਸਾਲਾਂ ਚੱਲੀਆਂ ਸਨ। ਸ਼ੁੱਧ ਬਾਣੀ ਪੜ੍ਹਨੀ ਬੜੀ ਜ਼ਰੂਰੀ ਹੈ। ਮਹਾਰਾਜ ਨੇ ਬਚਨ ਕੀਤੇ ਜੋ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਵਿੱਚ ਵੀ ਆਉਂਦੇ ਨੇ। ਸਿੱਖੋ ਸੁਣੋ ਬਚਨ ਇਹੋ ਕਾਨੀ, ਪੜ੍ਹੈ ਸ਼ੁੱਧ ਗੁਰ ਕੀ ਬਾਣੀ। ਤੇ ਲਾਹੈ ਮਹਾਤਮ ਪੜ੍ਹੈ ਮਹਾਤਮ ਆਹੈ ਵਿਸਾਲ, ਹਲਤ ਪਲਤ ਮੈਂ ਹੋਏ ਨਿਹਾਲ। ਮਹਾਰਾਜ ਕਹਿੰਦੇ ਇੱਥੇ ਇਹ ਅੱਗੇ ਨਿਹਾਲ ਹੋ ਜਾਵੇਗਾ ਜਿਹੜਾ ਗੁਰੂ ਕੀ ਬਾਣੀ ਨੂੰ ਸ਼ੁੱਧ ਪੜ੍ਹੇਗਾ। ਸੰਥਿਆ ਲੈਣੀ ਜ਼ਰੂਰੀ ਹੈ। ਇੱਥੇ ਵੀ ਸੰਥਿਆ ਚੱਲਦੀ ਹੈ ਪਰ ਬੱਚੇ ਜ਼ਿਆਦਾ ਧਿਆਨ ਗਤਕੀ ਵੱਲ ਦਿੰਦੇ ਆ, ਸੰਥਿਆ ਵਾਲੇ ਪਾਸੇ ਕੋਈ ਵਿਰਲੇ ਆਉਂਦਾ ਹੈ। ਪਰ ਜ਼ਰੂਰੀ ਹੈ ਸਾਡੇ ਵਾਸਤੇ ਸੰਥਿਆ, ਬਹੁਤ ਜ਼ਰੂਰੀ। ਸ਼ੁੱਧ ਬਾਣੀ ਪੜ੍ਹਨ ਦਾ ਬੜਾ ਵੱਡਾ ਮਹਾਤਮ ਹੈ। ਭਾਈ ਕਮਾਲੇ ਨੂੰ ਮਹਾਰਾਜ ਗੁਰਤਾਗਦੀ ਦੇਣ ਵਾਸਤੇ ਤਿਆਰ ਹੋ ਗਏ ਸੀ, ਇਸ ਕਰਕੇ ਸਿੱਖਣਾ ਬੜਾ ਜ਼ਰੂਰੀ ਹੈ। ਸੋ ਇਹ ਬਚਨ ਮਹਾਰਾਜ ਨੇ ਉਸ ਵੇਲੇ ਸ਼ੁੱਧ ਵੀ ਕਰਵਾਏ। ਇਹਨਾਂ ਬਚਨਾਂ ਨੇ ਸਾਡਾ ਜੀਵਨ ਬਦਲਤਾ। ਇੱਕ ਪੰਕਤੀ ਜੇ ਉਹ ਸਿੱਖ ਨਾ ਗਲਤ ਪੜ੍ਹਦਾ ਤੇ ਸ਼ਾਇਦ ਨਾ ਇੱਥੋਂ ਤੱਕ ਖੇਡ ਪੜ੍ਹਦੇ। ਇਹ ਵੀ ਖੇਡ ਕਰਦੇ ਜੀ, ਇਹ ਮਾਲਕ ਦੀ ਖੇਡ ਸਤਿਗੁਰਾਂ ਨੇ ਵਰਤਾਈ। ਇਹ ਸਿੱਖਿਆ ਦੇਣ ਵਾਸਤੇ ਮਹਾਰਾਜ ਆਪ ਵੀ ਕੌਤ ਕਰਾਉਂਦੇ ਰਹਿੰਦੇ ਨੇ। ਸਾਡੀਆਂ ਗਲਤੀਆਂ ਵੀ ਜਿਹੜੀਆਂ ਕਈ ਵਾਰ ਕਿਸੇ ਵਾਸਤੇ ਉਪਦੇਸ਼ ਦਾ ਰੂਪ ਧਾਰਨ ਕਰ ਜਾਂਦੀਆਂ, ਜਦੋਂ ਗੁਰੂ ਕੋਲੇ ਪ੍ਰਵਾਨ ਕਰ ਲਈਏ ਤਾਂ। ਜੇ ਅਸੀਂ ਹੰਕਾਰੀ ਬਣ ਕੇ ਮੰਨੀਏ ਨਾ, ਉਹ ਤਾਂ ਨੁਕਸਾਨ ਕਰਦੀਆਂ। ਗਲਤੀ ਇਨਸਾਨ ਤੋਂ ਹੁੰਦੀ, ਪਰ ਜੇ ਗੁਰੂ ਅੱਗੇ ਢਹਿ ਪਈਏ, ਤਰਲਾ ਲਈਏ, ਨਾਲੇ ਗਲਤੀ ਸੁਲਝ ਜਾਂਦੀ ਤੇ ਕਈਆਂ ਹੋਰ ਬੰਦਾ ਭਲਾ ਹੋ ਜਾਂਦਾ। ਸਤਿਗੁਰੂ ਜੀ ਕਿਰਪਾ ਕਰ। ਮਹਾਰਾਜ ਕਹਿੰਦੇ ਜਾਂ ਪਰਮੇਸ਼ਰ ਜਾਣਦਾ ਆਪਣੀ ਮਰਿਆਦਾ ਨੂੰ, ਜਾਂ ਗੁਰੂ ਸੂਰਮਾ ਜਾਣਦਾ ਹੈ। ਗਿਆਨ ਗਵਾਇਆ ਦੂਜਾ ਪਾਇਆ, ਗਰਭ ਗਲੇ ਵਿਖ ਖਾਇਆ। ਦੂਜਾ ਪਾਇਆ, ਜਿਨ੍ਹਾਂ ਨੇ ਰੱਬ ਨੂੰ ਛੱਡ ਕਰਕੇ ਦੂਜੇ ਪਾਸੇ ਪ੍ਰੇਮ ਲਾ ਲਿਆ, ਉਹਨਾਂ ਨੇ ਆਪਣੇ ਸਵੈ ਸਰੂਪ ਦਾ ਪਰਮੇਸ਼ਰ ਦਾ ਗਿਆਨ ਗਵਾ ਲਿਆ। ਉਹਨਾਂ ਦੇ ਪੱਲੇ ਕੱਖ ਨਹੀਂ ਰਿਹਾ, ਚੁੱਕੀ ਫਿਰਦੇ ਦੁਨਿਆਵੀ ਗਿਆਨ। ਗਰਭ ਗਲੇ ਵਿਖ ਖਾਇਆ, ਉਹਨਾਂ ਨੇ ਵਿਕਾਰਾਂ ਰੂਪੀ ਜ਼ਹਿਰ ਨੂੰ ਖਾਧਾ ਹੈ ਤੇ ਉਹ ਮਾਂ ਦੇ ਗਰਭ ਵਿੱਚ, ਭਾਵ ਗਰਭ ਦੇ ਵਿੱਚ ਗਲਦੇ ਰਹਿੰਦੇ ਨੇ, ਵਾਰ-ਵਾਰ ਜੰਮਦੇ ਤੇ ਮਰਦੇ ਰਹਿੰਦੇ ਹਨ। ਗੁਰ ਰਸ ਗੀਤ ਬਾਦ ਨਹੀਂ ਭਾਵੈ, ਸੁਣੀਏ ਗਹਿਰ ਗੰਭੀਰ ਗਵਾਇਆ। ਤੇ ਰਸ ਦਾ ਅਰਥ ਪ੍ਰੇਮ। ਪ੍ਰੇਮ ਸਹਿਤ ਉਹਨਾਂ ਨੂੰ ਗੁਰੂ ਦਾ ਜਸ, ਗੁਰੂ ਦੇ ਜਸਮਈ ਗੀਤ, ਗੁਰੂ ਦੇ ਕਥਨ ਕੀਤੇ ਹੋਏ ਬੋਲ ਭਾਵ ਹੈ, ਭਾਉਂਦੇ ਨਹੀਂ ਗੇ। ਉਹ ਸੁਣਦੇ ਹੀ ਨਹੀਂ ਪਿਆਰ ਨਾਲ। ਗੁਰੂ ਕੇ ਬਚਨਾਂ ਨੂੰ ਸੁਣ ਕੇ ਤਿਆਰ ਨਹੀਂ, ਗੁਰੂ ਕੇ ਬਚਨਾਂ ਨੂੰ ਸੁਣਨ ਵਾਸਤੇ ਪਿਆਰ ਨਹੀਂ। ਜਿਹੜਾ ਗੱਲਾਂ ਕਰਦਾ ਵਿਦਵਾਨ ਹੈ ਜਾਂ ਝਗੜੇ ਕਰਦਾ, ਉਹਨੂੰ ਸੁਣ ਕੇ ਰਾਜੀ ਹੁੰਦੇ, ਉਹਨਾਂ ਨੂੰ ਚੰਗਾ ਨਹੀਂ ਲੱਗਦਾ। ਗਹਿਰ ਗੰਭੀਰ ਗਵਾਇਆ, ਜਿਹੜਾ ਗਹਿਰ ਗੰਭੀਰ ਵਾਹਿਗੁਰੂ ਪਰਮੇਸ਼ਰ ਉਹਨਾਂ ਨੂੰ ਗਵਾ ਲਿਆ, ਉਹਨਾਂ ਦੇ ਪੱਲੇ ਨਹੀਂ ਪਿਆ। ਉਹ ਪਰਮੇਸ਼ਰ ਉਹਨਾਂ ਨੂੰ ਪ੍ਰਾਪਤ ਨਹੀਂ ਹੋਇਆ, ਉਹ ਵਾਹਿਗੁਰੂ ਨਹੀਂ ਪ੍ਰਾਪਤ ਹੋਇਆ। ਗੁਰ ਸੱਚ ਕਹਿਆ ਅੰਮ੍ਰਿਤ ਲਹਿਆ, ਮਨ ਤਨ ਸਾਚ ਸੁਖਾਇਆ। ਇਹ ਸਤਿਗੁਰੂ ਜੀ ਨੇ ਸੱਚ ਉਪਦੇਸ਼ ਕਹਿਆ ਹੈ ਤੇ ਜਿਨ੍ਹਾਂ ਨੇ ਉਸ ਸੱਚੇ ਕਹੇ ਹੋਏ ਉਪਦੇਸ਼ ਨੂੰ ਆਪਣੇ ਮਨ ਤੇ ਤਨ ਦੇ ਵਿੱਚ ਸੱਚ ਨੂੰ ਸੁਖਾਇਆ, ਸੁਖਾ ਲਿਆ, ਵਸਾ ਲਿਆ, ਰੱਖ ਲਿਆ, ਟਿਕਾ ਲਿਆ, ਅੰਮ੍ਰਿਤ ਲਹਿਆ, ਉਹਨਾਂ ਨੇ ਹੀ ਪਰਮੇਸ਼ਰ ਦੇ ਆਨੰਦ ਰੂਪੀ ਅੰਮ੍ਰਿਤ ਨੂੰ ਪ੍ਰਾਪਤ ਕੀਤਾ, ਨਾਮ ਰੂਪੀ ਮੁਕਤੀ ਰੂਪੀ ਅੰਮ੍ਰਿਤ ਨੂੰ ਪ੍ਰਾਪਤ ਕੀਤਾ ਹੈ। ਆਪੇ ਗੁਰਮੁਖ ਆਪੇ ਦੇਵੈ, ਆਪੇ ਅੰਮ੍ਰਿਤ ਪੀ ਆਇਆ। ਉਹਨਾਂ ਨੂੰ ਸਮਝ ਆਉਂਦੀ ਹੈ ਕਿ ਆਪ ਹੀ ਉਹ ਗੁਰੂ ਹੈ ਤੇ ਆਪ ਹੀ ਉਹ ਗੁਰਮੁਖ ਰੂਪ ਹੈ ਤੇ ਆਪ ਹੀ ਸਭ ਕੁਝ ਦੇਣ ਵਾਲਾ ਹੈ ਤੇ ਆਪੇ ਹੀ ਉਸਨੇ ਗੁਰਮੁਖਾਂ ਨੂੰ ਅੰਮ੍ਰਿਤ ਜਿਹੜਾ ਹੈ ਉਹ ਪਿਆਇਆ ਹੈ। ਏਕੋ ਏਕ ਕਹੈ ਸਭ ਕੋਈ, ਹਉਮੈ ਗਰਭ ਵਿਆਪੈ। ਸਾਰੇ ਕਹਿੰਦੇ ਕਹਿਣ ਨੂੰ ਤੇ ਸਾਰੇ ਕਹਿੰਦੇ ਉਹ ਇੱਕ ਹੀ ਇੱਕ ਵਾਹਿਗੁਰੂ ਇੱਕੋ ਹੀ ਹੈ, ਉਹੀ ਸਾਰਿਆਂ ਥਾਵਾਂ ਤੇ ਹੈ। ਕਹਿੰਦੇ ਸਾਰੇ ਨੇ ਪਰ ਆਪ ਹਉਮੈ ਦੇ ਵਿੱਚ ਤੇ ਹੰਕਾਰ ਵਿੱਚ ਫਸੇ ਹੋਏ ਹਨ। ਅੰਤਰ ਬਾਹਰ ਏਕ ਪਛਾਣੈ,
ਇਉਂ ਕਰ ਮਹਿਲ ਸਿਆਪੈ। ਪਰ ਜਿਹੜੇ ਅੰਦਰ ਤੇ ਬਾਹਰ ਇੱਕ ਵਾਹਿਗੁਰੂ ਨੂੰ ਪਛਾਣ ਲੈਂਦੇ, ਕੇਵਲ ਕਹਿੰਦੇ ਨਹੀਂ, ਪਛਾਣ ਲੈਂਦੇ ਨੇ, ਕਹਿੰਦੇ ਇਸ ਪ੍ਰਕਾਰ ਉਹ ਫਿਰ ਆਪਣੇ ਸਰੂਪ ਰੂਪੀ ਮਹਿਲ ਨੂੰ ਸਮਝ ਲੈਂਦੇ, ਜਾਣ ਲੈਂਦੇ, ਪਛਾਣ ਲੈਂਦੇ ਨੇ ਕਿ ਸਾਡਾ ਅਸਲੀ ਘਰ ਕਿਹੜਾ ਹੈ, ਉਸ ਨੂੰ ਸਮਝ ਲੈਂਦੇ ਹਨ। ਪ੍ਰਭ ਨੇੜੇ ਹਰ ਦੂਰ ਨਾ ਜਾਣੋ, ਏਕੋ ਸ੍ਰਿਸ਼ਟ ਸਭਾਈ। ਪ੍ਰਭੂ ਸਾਰਿਆਂ ਤੋਂ ਨੇੜੇ ਹੈ, ਉਹ ਵਾਹਿਗੁਰੂ ਭਾਈ, ਉਹਨੂੰ ਦੂਰ ਨਾ ਜਾਣਨਾ ਕਰੋ। ਸਾਰੀ ਸ੍ਰਿਸ਼ਟੀ ਵਿੱਚ ਇੱਕ ਵਾਹਿਗੁਰੂ ਹੀ ਵਸਦਾ ਹੈ। ਏਕ ਓੰਕਾਰ ਅਵਰ ਨਹੀਂ ਦੂਜਾ, ਨਾਨਕ ਏਕ ਸਮਾਈ। ਤੇ ਬਾਰੇ ਕਹਿੰਦੇ ਪੰਡਤ ਜੀ, ਇੱਕ ਓੰਕਾਰ ਉਹ ਵਾਹਿਗੁਰੂ ਹੈ, ਹੋਰ ਕੋਈ ਦੂਜਾ ਨਹੀਂ ਗਾ। ਨਾਨਕ ਏਕ ਸਮਾਈ, ਉਹ ਇੱਕ ਵਾਹਿਗੁਰੂ ਹੀ ਸਾਰਿਆਂ ਵਿੱਚ ਸਮਾਇਆ ਹੋਇਆ ਹੈ। ਇਹ ਪਾਵਨ ਗੁਰਦੁਆਰੇ ਦੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ। ਵੈਸੇ ਸਾਰੀ ਬਾਣੀ ਹੀ ਜਿੱਤ ਕਰਦਾ ਗਿੱਤਵੇ ਜਾਈਏ, ਪਰ ਸਮਾਂ ਆਪਾਂ ਆਪਣੇ ਹਿਸਾਬ ਨਾਲ ਲਾਉਣਾ ਪੈਂਦਾ ਹੈ। ਸੋ ਇਸ ਕਰਕੇ ਗੁਰਮੁਖ ਸਮਾਂ ਪਹਿਲਾਂ ਕਾਫੀ ਹੋ ਚੁੱਕਾ, ਮੈਂ ਖਿਮਾ ਦੇਣਾ ਹੈ, ਪਰ ਸਤਿਗੁਰੂ ਜੀ ਕਿਰਪਾ ਕਰਨ ਕਿ ਹੈ ਲਿਖੇ ਵਿੱਚ ਹੀ ਹੈ, ਜਿਨ੍ਹਾਂ ਨੂੰ ਲੱਗ ਗਿਆ ਬਾਰੇ ਕਿਰਪਾ ਕਰਨ, ਸਾਡਾ ਇਹ ਸਮਾਂ ਜਿਹੜਾ ਹੈ ਉਹ ਥਾਂ ਪੈ ਜਾਵੇ। ਅੱਜ ਦੇ ਪਾਵਨ ਉਪਦੇਸ਼ ਵਿੱਚ ਇਹੀ ਦੱਸਿਆ ਮਹਾਰਾਜ ਨੇ, ਇਹ ਨਹੀਂ ਕਿਹਾ ਕਿ ਪੜ੍ਹਾਈ ਪੜ੍ਹਦੀ ਨਹੀਂ ਲਿਆਵੇ, ਪੜ੍ਹੋ, ਰੱਜ ਕੇ ਪੜ੍ਹੋ, ਪਰ ਜੇ ਅਸੀਂ ਪੜ੍ਹਾਈ ਪੜ੍ਹ ਕਰਕੇ ਵਿਦਿਆ ਵਿਚਾਰੀ ਤਾਂ ਪਰਉਪਕਾਰ ਕਰਦੇ ਹਾਂ, ਭਲੇ ਦੇ ਕਰਮ ਕਰਦੇ ਹਾਂ, ਤੇ ਫਿਰ ਉਹ ਵਿਦਿਆ ਵੀ ਸਾਡੀ ਸਹਾਇਤਾ ਕਰਦੀ ਹੈ। ਜਿੱਥੇ ਅਸੀਂ ਦੁਨਿਆਵੀ ਵਿਦਿਆ ਪੜ੍ਹਨੀ, ਉੱਥੇ ਗੁਰਮਤਿ ਦੀ ਵਿਦਿਆ, ਗੁਰੂ ਦਾ ਗਿਆਨ, ਗੁਰਮਤਿ ਦੀ ਸਿੱਖਿਆ ਲੈ ਕਰਕੇ ਆਪਣੇ ਜੀਵਨ ਨੂੰ ਬੜਾ ਸਵਾਰਨਾ ਜ਼ਰੂਰੀ ਹੈ। ਉੱਥੇ ਲਿਖ ਰਾਮ ਨਾਮ ਗੁਰਮੁਖ ਕੋ ਪਾਲਾ, ਉੱਥੇ ਪਰਮੇਸ਼ਰ ਦੇ ਨਾਮ ਨੂੰ ਹਿਰਦੇ ਵਿੱਚ ਲਿਖ ਲਈਏ ਤਾਂ ਅੱਗੇ ਸਾਡੇ ਨਾਲ ਲਿਖਿਆ ਹੋਇਆ ਜਾਵੇ, ਤੇ ਉੱਥੇ ਜਾ ਕਰਕੇ ਸਾਨੂੰ ਲੇਖਾ ਨਾ ਮਿਲੇ। ਸਤਿਗੁਰੂ ਦੀ ਕਿਰਪਾ ਕਰਨ ਸਾਨੂੰ ਮਤ ਆ ਜਾਵੇ। ਇਹ ਅੱਜ ਦੀ ਆਖਰੀ ਹਾਜ਼ਰੀ ਹੈ, ਕਿਉਂਕਿ ਕੱਲ ਦਾ ਤੇ ਪਰਸੋਂ ਦਾ ਦਿਨ ਹੀ ਇੱਥੇ ਹਾਂ। ਫਿਰ ਅੱਗੇ ਜਿਵੇਂ ਸਮਾਂ ਬਣੇਗਾ, ਮਹਾਰਾਜ ਦਰਸ਼ਨ ਦਾਰੇ ਬਖਸ਼ਣਗੇ, ਇੱਥੇ ਫਿਰ ਹਾਜ਼ਰੀਆਂ ਭਰਾਂਗੇ। ਸੋ ਅੱਜ ਆਖਰੀ ਹਾਜ਼ਰੀ ਹੈ, ਪ੍ਰਵਾਨ ਕਰਿਓ। ਸੋ ਕਾਫੀ ਸਮੇਂ ਤੋਂ ਇੱਥੇ ਵਿਚਰਦਿਆਂ ਹੋਇਆਂ ਹੋ ਸਕਦਾ ਦਾਸ ਨੂੰ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਹੋਣਗੀਆਂ, ਇੱਥੋਂ ਦੇ ਸਮੁੱਚੇ ਸੇਵਾਦਾਰਾਂ ਤੋਂ, ਸਮੁੱਚੀਆਂ ਸੰਗਤਾਂ ਤੋਂ। ਸੋ ਸਤਿਗੁਰਾਂ ਦੇ ਕੋਲ ਦਾਸ ਹੱਥ ਜੋੜ ਕਰਕੇ ਖਿਮਾ ਮੰਗਦਾ ਹੈ ਕਿ ਜੇ ਕੋਈ ਭੁੱਲ ਚੁੱਕ ਹੋਈ ਹੋਵੇ, ਦਾਸ ਨੂੰ ਦੱਸਣ ਦਾ ਜ਼ਰੂਰ ਯਤਨ ਕਰਿਓ ਕਿ ਉਹ ਮੈਂ ਅੱਗੇ ਵਾਸਤੇ ਨਾ ਕਰਾਂ, ਤੇ ਅਰਦਾਸ ਕਰਿਓ ਕਿ ਅੱਗੇ ਵਾਸਤੇ ਉਹ ਜੇ ਭੁੱਲਾਂ ਨਾ ਹੋਣ। ਅਸੀਂ ਭੁੱਲਾਂ ਨੂੰ ਨਾ ਚਿਤਾਰਿਓ, ਜੋ ਗੁਰੂ ਕਾ ਜਸ ਸਰਵਣ ਕਰਵਾਇਆ ਹੈ ਉਹਨੂੰ ਹਿਰਦੇ ਵਿੱਚ ਥਾਂ ਦੇ ਕਰਕੇ ਆਪਣਾ ਜੀਵਨ ਸਵਾਰਿਓ। ਇਤਨੀ ਸੇਵਾ ਪ੍ਰਵਾਨ ਕਰਿਓ। ਸਮੁੱਚੀਆਂ ਸੰਗਤਾਂ ਦਾ, ਗੁਰੂ ਕੇ ਵਜ਼ੀਰਾਂ ਦਾ ਬਹੁਤ ਬਹੁਤ ਧੰਨਵਾਦ। ਸਤਿਕਾਰ ਜੋ ਭਾਈ ਸਰਕਾਰ ਜੋਗਾ ਸਿੰਘ ਜੀ, ਜਿਨ੍ਹਾਂ ਨੇ ਬੜਾ ਪਿਆਰ ਦਿੱਤਾ, ਸਾਰੀ ਸੰਗਤਾਂ ਨੇ ਬੜਾ ਪਿਆਰ ਦਿੱਤਾ, ਸਭਨਾਂ ਦਾ ਧੰਨਵਾਦ, ਉਹਨਾਂ ਦਾ ਵੀ ਧੰਨਵਾਦ ਹੈ। ਸੋ ਅੱਗੇ ਵਾਸਤੇ ਵੀ ਜਿਵੇਂ ਸੰਗਤਾਂ ਹੋਣੀਆਂ ਹੋਣਗੀਆਂ, ਤੁਹਾਡੇ ਦਰਸ਼ਨ ਜ਼ਰੂਰ ਕਰਾਂਗੇ। ਅੱਜ ਇਤਨੀ ਸੇਵਾ ਪ੍ਰਵਾਨ ਕਰਿਓ। 2 ਦਿਨ ਹੋਰ ਹੀ ਇੱਥੇ ਅਜੇ ਸੇਵਾ ਸੰਥਿਆ ਦੀ ਚੱਲਣੀ, ਉਹ ਬਾਅਦ ਤੁਹਾਡੇ ਤੋਂ ਖੁਸ਼ੀਆਂ ਲੈ ਲੈਣੀਆਂ ਹੈ। ਹੋਈਆਂ ਬਿਆਨ ਬਖਸ਼ਿਓ। 2 ਪੰਕਤੀਆਂ ਪੜ੍ਹ ਕਰਕੇ ਸਮਾਪਤੀ ਹੈ। ਪ੍ਰਭ ਨੇੜੇ ਹਰ ਦੂਰ ਨਾ ਜਾਣੋ, ਏਕੋ ਸ੍ਰਿਸ਼ਟ ਸਭਾਈ। ਏਕ ਓੰਕਾਰ ਅਵਰ ਨਹੀਂ ਦੂਜਾ, ਨਾਨਕ ਏਕ ਸਮਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ